You are listening to the online streaming service from Emmanuel Church, Handsworth, Birmingham, UK. आओ ਅਸੀਂ ਇਹ ਜੋ ਮੀਟਿੰਗ ਸ਼ੁਰੂ ਹੋ ਰਹੀ ਹੈ ਆਨਲਾਈਨ ਐਮੈਨੂਅਲ ਚਰਚ ਜੋ ਹੈਂਡਸਵਰਥ ਬਰਮਿੰਘਮ ਦੇ ਵਿੱਚ ਆ ਔਰ ਇਹਦੇ ਵਿੱਚ ਜੋ ਵੀ ਸ਼ਾਮਲ ਹੁੰਦੇ ਰਹੇ ਅੱਜ ਤੱਕ ਔਰ ਜੋ ਚਰਚ ਦੇ ਮੈਂਬਰ ਆ ਜਾਂ ਅਗਰ ਕੋਈ ਸਾਡੇ ਵਿਚਕਾਰ ਪਹਿਲੀ ਵਾਰੀ ਸ਼ਾਮਲ ਹੋ ਰਿਹਾ ਤੇ ਉਹਦੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਔਰ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ। ਜਦੋਂ ਅਸੀਂ ਮੀਟਿੰਗ ਸ਼ੁਰੂ ਕਰਦੇ ਹਾਂ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਇੱਕ ਦੋ ਆਇਤਾਂ ਪੜ੍ਹਦੇ ਹਾਂ ਔਰ ਅਸੀਂ ਦੇਖਾਂਗੇ ਜੋ ਜ਼ਬੂਰ 111 ਉਹਦੀ 1, 2 ਤੇ 9 ਆਇਤ ਮੈਂ ਪੜ੍ਹੂੰਗਾ। ਪਹਿਲੀ ਆਇਤ, ਹਾਲੇਲੂਇਆ, ਮੈਂ ਆਪਣੇ ਸਾਰੇ ਦਿਲ ਨਾਲ ਸਿੱਧਿਆਂ ਦੀ ਪਹਿਰਾ ਤੇ ਮੰਡਲੀ ਵਿੱਚ ਯਹੋਵਾ ਦਾ ਧੰਨਵਾਦ ਕਰਾਂਗਾ। ਯਹੋਵਾ ਦੇ ਕੰਮ ਵੱਡੇ ਹਨ, ਉਹ ਸਾਰੇ ਜਿਹੜੇ ਉਹ ਉਸ ਵਿੱਚ ਪ੍ਰਸੰਨ ਰਹਿੰਦੇ ਹਨ ਉਹਨੂੰ ਭਾਲਦੇ ਹਨ। 9ਵੀਂ ਆਇਤ, ਉਹਨੇ ਆਪਣੀ ਪ੍ਰਜਾ ਲਈ ਨਿਸਤਾਰਾ ਘੱਲਿਆ ਹੈ, ਉਹਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ ਹੈ, ਉਹਦਾ ਨਾਮ ਪਵਿੱਤਰ ਤੇ ਭੈਦਾਇਕ ਹੈ। ਇੱਥੇ ਜ਼ਬੂਰ ਲਿਖਣ ਵਾਲਾ ਉਹ ਕਹਿੰਦਾ ਕਿ ਇਹ ਜੋ ਸੱਚਾ ਪਰਮੇਸ਼ਰ ਆ ਜੋ ਸਿੰਘਾਸਨ ਦੇ ਬਿਰਾਜਮਾਨ ਆ ਉਹਦੀ ਹਮਦੋ ਸਨਾ ਕਰਨੀ, ਉਹਦੇ ਵੱਡੇ ਕੰਮਾਂ ਵੱਲ ਦੇਖਣਾ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ 9ਵੀਂ ਆਇਤ ਕਹਿੰਦਾ ਕਿ ਉਹਨੇ ਇਨਸਾਨ ਦੁਨੀਆ ਦੇ ਵਾਸਤੇ ਜੋ ਨਿਸਤਾਰਾ ਭੇਜਿਆ ਆ ਉਹਦੇ 'ਤੇ ਗੌਰ ਕਰਨਾ ਅਤੇ ਫਿਰ ਜਿਹੜੀ ਆ ਉਹਦੀ ਹਮਦੋ ਤਾਰੀਫ ਸਨਾ ਜਿਹੜੀ ਉਹ ਸਾਡੇ ਦਿਲਾਂ ਦੇ ਵਿੱਚੋਂ ਜਿਹੜੀ ਸ਼ੁਰੂ ਹੋ ਜਾਂਦੀ ਆ ਕਿ ਸੱਚਮੁੱਚ ਇਹ ਪਰਮੇਸ਼ਰ ਯੋਗ ਆ ਕਿ ਉਹਦੀ ਪ੍ਰਸ਼ੰਸਾ ਅਤੇ ਗੀਤ ਗਾਏ ਜਾਣ। ਸੋ ਅਸੀਂ ਹੁਣ ਇਹ ਕਰਾਂਗੇ ਜੋ ਅਗਲਾ ਜਿਹੜਾ ਗੀਤ ਆ ਸਕਰੀਨ 'ਤੇ ਆਊਗਾ ਉਹਦੇ 'ਚ ਅਸੀਂ ਰਲ ਕੇ ਇਹ ਸਾਰੇ ਸ਼ਾਮਲ ਹੋਵਾਂਗੇ। ਤੁਸੀਂ ਗਾਵੋ ਸਨਾ, ਗਾਵੋ ਸਨਾ ਤੁਸੀਂ ਰੱਬ ਦੀ, ਤੁਸੀਂ ਗਾਵੋ ਸਨਾ। ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ ਸਨਾ ਸਣਾ ਵਾ ਮੈਂ ਰੱਬ ਦੀ, ਤੁਸੀਂ ਗਾਵੋ ਸਨਾ। ਕੰਮ ਖੁਦਾ ਦੇ ਹੱਥ ਹਨ ਵਡੇਰੇ, ਕੁਦਰਤ ਉਹਦੀ ਸਾਫ ਲੱਭਦੀ, ਤੁਸੀਂ ਗਾਵੋ ਸਨਾ। ਕੰਮ ਉਹਦਿਆਂ ਹੱਥਾਂ ਦੇ ਸਭੋ ਜਲਾਲੀ, ਉਹਦੀ ਸੱਚਾਈ ਹੈ ਅਬਦੀ, ਤੁਸੀਂ ਗਾਵੋ ਸਨਾ। ਰੱਬ ਨੇ ਅਜਾਇਬ ਕੰਮ ਜੋ ਕੀਤੇ, ਯਾਦਗਿਰੀ ਰੱਖੀ ਸਭ ਦੀ, ਤੁਸੀਂ ਗਾਵੋ ਸਨਾ। ਪਾਕ ਯਹੋਵਾ ਅਤ ਮਿਹਰਬਾਨ ਹੈ, ਰਹਿਮਤ ਬੇਹੱਦ ਰੱਬ ਦੀ, ਤੁਸੀਂ ਗਾਵੋ ਸਨਾ। ਰੋਜ਼ ਪਾਂਦੇ ਭੁੱਖੇ ਨਾ ਰਹਿੰਦੇ, ਆਸ ਜਿਨ੍ਹਾਂ ਨੂੰ ਹੈ ਰੱਬ ਦੀ, ਤੁਸੀਂ ਗਾਵੋ ਸਨਾ। ਜੋ ਕੁਝ ਰੱਬ ਨੇ ਅਹਿਦ ਹੈ ਕੀਤਾ, ਯਾਦ ਹੋ ਰੱਖਦਾ ਹੈ ਅਬਦੀ, ਤੁਸੀਂ ਗਾਵੋ ਸਨਾ। ਗਾਵੋ ਸਨਾ ਤੁਸੀਂ ਰੱਬ ਦੀ, ਤੁਸੀਂ ਗਾਵੋ ਸਨਾ। ਆਓ ਅਸੀਂ ਹੁਣ ਜੋ ਪ੍ਰਾਰਥਨਾ ਉਹਦੇ 'ਚ ਹਿੱਸਾ ਲਈਏ। ਸਵਰਗੀ ਪਿਤਾ ਜਿੰਦਾ ਪਰਮੇਸ਼ਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸੱਚਮੁੱਚ ਤੁਸੀਂ ਉਪਾਸਨਾ ਦੇ ਯੋਗ ਪਰਮੇਸ਼ਰ ਆ ਔਰ ਤੁਹਾਡੇ ਵੱਡੇ ਕੰਮ ਆ ਔਰ ਸਭ ਤੋਂ ਵੱਡੀ ਗੱਲ ਜੋ ਤੁਸੀਂ ਇਨਸਾਨ ਦੁਨੀਆ ਵਾਸਤੇ ਨਿਸਤਾਰਾ ਜੋ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਤਿਆਰ ਕੀਤਾ ਆ, ਸ਼ੁਕਰ ਕਰਦੇ ਹਾਂ। ਔਰ ਜੋ ਸਾਡੀਆਂ ਅੱਜ ਦੀਆਂ ਬੇਨਤੀਆਂ ਰਜੋਈਆਂ
ਪ੍ਰਭੂ ਜੀ ਤੁਹਾਡੇ ਹਜ਼ੂਰ ਲੈ ਕੇ ਆਉਂਦੇ ਆ ਔਰ ਤੁਹਾਡੇ ਸ਼ੁਕਰਗੁਜ਼ਾਰ ਹਾਂ ਪ੍ਰਭੂ ਜੀ ਇਹਨਾਂ ਦਿਨਾਂ ਦੇ ਵਿੱਚ ਜੋ ਤੁਸੀਂ ਪ੍ਰਾਰਥਨਾ ਨੂੰ ਸੁਣਦੇ ਆ ਔਰ ਜੋ ਕੇਸਿਸ ਥੱਲੇ ਆ ਰਹੇ ਆ ਔਰ ਮੌਤਾਂ ਵੀ ਅੱਗੇ ਨਾਲ ਜੋ ਘੱਟ ਹੋ ਰਹੀਆਂ ਆ ਪ੍ਰਭੂ ਜੀ ਆਉਣ ਵਾਲੇ ਸਮੇਂ 'ਚ ਤੁਸੀਂ ਇਹ ਸਾਰਾ ਕੁਝ ਸੰਭਾਲਣਾ ਔਰ ਜੋ ਇਸ ਵੇਲੇ ਹਸਪਤਾਲਾਂ ਦੇ ਵਿੱਚ ਆ ਭੈਣ ਬਲਬੀਰ ਜੋ ਕਾਫੀ ਉਹਦੀ ਹਾਲਤ ਖਰਾਬ ਆ ਔਰ ਪ੍ਰਭੂ ਜੀ ਸੁਖੀ ਦੇ ਜੋ ਭਾਈ ਧਰਮਨ ਦਾ ਹੈਗੇ ਆ ਫਰੈਂਡਸ ਉਹਨਾਂ ਦੀ ਮਮ ਦੀ ਡੈਥ ਹੋਈ ਆ ਔਰ ਉਹਦੇ ਫਾਦਰ ਵਾਸਤੇ ਵੀ ਜੋ ਕਾਫੀ ਇਸ ਵੇਲੇ ਸੀਰੀਅਸ ਆ ਹਸਪਤਾਲ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਚੰਗੀ ਸਿਹਤ ਦੇਣੀ ਪ੍ਰਵੀਨ ਜੋ ਵੀ ਹਸਪੀਟਲ ਦੇ ਵਿੱਚ ਭੈਣ ਨਿੰਦਰਾਂ ਦੇ ਜਾਮ ਪਛਾਣ ਵਾਲੇ ਜਗਦੇਵ ਜੋ ਭਾਈ ਇੰਡੀਆ ਦੇ ਵਿੱਚ ਤੁਹਾਡੀ ਸੇਵਾ ਕਰਦਾ ਪ੍ਰਭੂ ਜੀ ਜੋ ਵੀ ਉਹਦਾ ਡਾਕਟਰ ਇਲਾਜ ਕਰਦੇ ਆ ਤੁਸੀਂ ਉਹਨੂੰ ਫਿਰ ਦੁਬਾਰਾ ਚੰਗੀ ਸਿਹਤ ਦੇ ਕੇ ਆਪਣੀ ਸੇਵਾ ਵਾਸਤੇ ਤਿਆਰ ਕਰਨਾ ਪੋਲ ਮੈਡੀਸਨ ਉਹਦੀ ਮਮ ਲਈ ਜਦੋਂ ਹਸਪੀਟਲ ਕੋਵਿਡ-19 ਦੇ ਨਾਲ ਆ ਭਾਈ ਧਰਮਪਾਲ ਉਹਨਾਂ ਦੀ ਜੋ ਲੜਕਾ ਬੱਲੀ ਉਹਦੀ ਮਦਰ ਲੋ ਆ ਪਰ ਜੀ ਉਹ ਵੀ ਪੋਜ਼ੀਟਿਵ ਕੋਵਿਡ ਆ ਉਹਦੇ ਵਿੱਚ ਵੀ ਤੁਹਾਡੀ ਮਰਜ਼ੀ ਔਰ ਜੋ ਹੈ ਸਭ ਤੋਂ ਵੱਡੀ ਗੱਲ ਕਿ ਜੋ ਤੈਨੂੰ ਨਹੀਂ ਜਾਣਦੇ ਪਰ ਜੀ ਲੋਕ ਇਹ ਜਾਣਨ ਔਰ ਤੁਹਾਡੀ ਮੁਕਤੀ ਨੂੰ ਪਰ ਜੀ ਦੇਖ ਸਕਣ ਔਰ ਤੇਰੀ ਹਮਦੋ ਤਾਰੀਫ ਕਰਨ ਵਾਲੇ ਹੋਣ ਜੋ ਬਾਕੀ ਭਾਈ ਚੋਕੋ ਥੋਮਸ ਉਹਦੀਆਂ ਅੱਖਾਂ ਦਾ ਜੋ ਇਲਾਜ ਹੈ ਹੋ ਰਿਹਾ ਨੀਤੂ ਦਾ ਡੈਡ ਜਿਹੜਾ ਅਮਰੀਕਾ ਦੇ ਵਿੱਚ ਇਸ ਵੇਲੇ ਡਿਪਰੈਸ਼ਨ ਦੀ ਹਾਲਤ ਵਿੱਚ ਆ ਪਰ ਤੁਸੀਂ ਉਹਨੂੰ ਵੀ ਸ਼ਾਂਤੀ ਤਸੱਲੀ ਦੇਣੀ ਔਰ ਜੋ ਸਾਡੇ ਪਰ ਜੀ ਇੱਥੇ ਵਿਚਕਾਰ ਕੋਈ ਕਿਸੇ ਦੁੱਖ ਜਾਂ ਨਿਰਾਸ਼ਾ ਜਾਂ ਉਦਾਸੀ ਵਿੱਚ ਆ ਇਸ ਵੇਲੇ ਜੋ ਸੋਗ ਵੀ ਮਨਾ ਰਹੇ ਆ ਪਰ ਜੀ ਤੁਸੀਂ ਉਹਨਾਂ ਨੂੰ ਵੀ ਜਾਣਦੇ ਆ ਔਰ ਜੋ ਕੀ ਵਰਕਰ ਹੈਗੇ ਚਰਚ ਦੇ ਨੈਸ਼ਨਲ ਹੈਲਥ ਸਰਵਿਸ 'ਚ ਸਕੂਲਾਂ 'ਚ ਜਾਂ ਕੰਮਾਂ 'ਤੇ ਜਿਹੜੇ ਜਾ ਰਹੇ ਆ ਤੁਸੀਂ ਪਰ ਜੀ ਉਹਨਾਂ ਨੂੰ ਵੀ ਸੰਭਾਲਣਾ ਔਰ ਅੱਜ ਦਾ ਵਚਨ ਜੋ ਹੈ ਸਭ ਤੋਂ ਵੱਡਾ ਮਤਲਬ ਕਿ ਤੁਸੀਂ ਆਪਣੇ ਮਕਸਦ ਪੂਰੇ ਕਰਨੇ ਲੋਕਾਂ ਦੇ ਦਿਲਾਂ ਵਿੱਚ ਤੁਹਾਡਾ ਵਚਨ ਦਾ ਪਰ ਜੀ ਕੰਮ ਹੋਵੇ ਔਰ ਤੁਸੀਂ ਬਰਕਤ ਦੇਣੀ ਇਹ ਮੰਗਦੇ ਹਾਂ ਸਾਰਾ ਕੁਛ ਪ੍ਰਭੂ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਮੀਨ। ਹੁਣ ਜੋ ਐਲਾਨ ਆ ਇਸ ਹਫ਼ਤੇ ਤੁਸੀਂ ਇਹ ਸੁਣਨੇ ਆ ਅੱਜ ਜੋ ਸ਼ਾਮ ਦੀ ਮੀਟਿੰਗ ਆ ਉਹ 5 ਵਜੇ ਇਸ ਬਿਲਡਿੰਗ ਦੇ ਵਿੱਚ ਹੋਊਗੀ ਜਿਸ ਤਰ੍ਹਾਂ ਅਸੀਂ ਹੁਣੇ ਸ਼ੁਰੂ ਕੀਤਾ ਮਿਲਣਾ ਔਰ ਜੋ ਕਾਫੀ ਇੰਤਜ਼ਾਮ ਕੀਤਾ ਹੋਇਆ ਚੇਅਰਾਂ ਵਗੈਰਾ ਗੈਪ ਰੱਖੇ ਹੋਏ ਆ ਹੋਰ ਵੀ ਜੋ ਕੋਵਿਡ-19 ਦੇ ਰੂਲਸ ਹੈਗੇ ਆ ਉਹਨਾਂ ਦੇ ਮੁਤਾਬਕ ਔਰ ਤੁਹਾਨੂੰ ਮਾਸਕ ਲਾਉਣੀ ਪੈਣੀ ਆ ਅਤੇ ਜੋ ਹੱਥ ਸੈਨੀਟਾਈਜ਼ ਕਰਨੇ ਆ ਥੋੜ੍ਹੇ ਚਿਰ ਪਹਿਲੋਂ ਆ ਕੇ ਆਪਣਾ ਨਾਂ ਜੋ ਰਜਿਸਟਰ ਕਰਨਾ ਆ ਸੋ ਤੁਸੀਂ 5 ਵਜੇ ਸਾਰਿਆਂ ਨੇ ਇੱਥੇ ਜੋ ਵੀ ਆ ਸਕਦੇ ਆ ਮਿਹਰਬਾਨੀ ਕਰਕੇ ਆਓ ਮੰਗਲਵਾਰ ਨੂੰ ਇਸ ਹਫ਼ਤੇ ਜਿਹੜੀ ਪੰਜਾਬੀ ਦੀ ਮੀਟਿੰਗ ਪ੍ਰਾਰਥਨਾ ਦੀ ਹੁੰਦੀ ਉਹ ਨਹੀਂ ਹੋਊਗੀ ਪਰ ਜਿਹੜੀ ਵੈਨਸਡੇ ਆ ਜ਼ੂਮ ਦੇ ਉੱਤੇ ਉਹ ਅਸੀਂ ਰਲ ਕੇ ਬ੍ਰੇਕਿੰਗ ਜੋ ਬ੍ਰੈਡ ਕਰਦੇ ਨੇ ਉਹਦੇ ਭੋਜ ਹਿੱਸਾ ਲਵਾਂਗੇ ਜ਼ੂਮ 'ਤੇ 7 ਵਜੇ ਕੋਈ ਰਾਏ ਬਿਨਾ ਲਾਲ ਡਰਿੰਕ ਜਾਂ ਰੋਟੀ ਦਾ ਤੁਸੀਂ ਇੰਤਜ਼ਾਮ ਕਰ ਲੈਣਾ ਅਤੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ 11 ਵਜੇ ਅਗਲੇ ਐਤਵਾਰ ਫਿਰ ਔਨਲਾਈਨ ਸਰਵਿਸ ਦੇ ਵਿੱਚ ਸ਼ਾਮਲ ਹੋਵਾਂਗੇ ਅਤੇ 5 ਵਜੇ ਜੋ ਹੈ ਉਹ ਜਿਹੜੀ ਚਰਚ ਦੇ ਵਿੱਚ ਬਿਲਡਿੰਗ ਵਿੱਚ ਉਹ ਹੋਊਗੀ ਇੱਕ ਗੱਲ ਦੋ ਹੋਰ ਆ ਜਿਹੜੇ ਹੈਗੇ ਆ ਕਿ ਜਿਸ ਤਰ੍ਹਾਂ ਸੈਟਰਡੇ 11 ਵਜੇ ਸੰਡੇ ਸਕੂਲ ਹੁੰਦਾ ਆ ਉਹਦੇ ਵਿੱਚ ਮਾਪਿਆਂ ਨੂੰ ਕਿਹਾ ਜਾਂਦਾ ਕਿ ਸ਼ਨੀਚਰਵਾਰ ਨੂੰ ਜ਼ਰੂਰ 11 ਵਜੇ ਬੱਚਿਆਂ ਨੂੰ ਤਿਆਰ ਕਰਕੇ ਉਹ 'ਚ ਸ਼ਾਮਲ ਹੋਣ ਔਰ ਜਿਹੜਾ 4 ਮਾਰਚ ਆ ਉਹ ਬੁੱਧਵਾਰ ਜਿਹੜੀ ਸ਼ਾਮ ਜ਼ੂਮ ਦੇ ਉੱਤੇ ਮੀਟਿੰਗ ਹੋਊਗੀ ਇਹ ਹੈਗੀ ਆ ਮੀਟਿੰਗ ਜਿਹੜੇ ਚਰਚ ਦੇ ਮੈਂਬਰ ਆ ਔਰ AGM ਜਿਹੜੀ ਉਹ ਜ਼ਰੂਰੀ ਮੀਟਿੰਗ ਆ ਉਹਦੇ ਵਿੱਚ ਬੇਨਤੀ ਕੀਤੀ ਜਾਂਦੀ ਕਿ ਤੁਸੀਂ ਸ਼ਾਮਲ ਹੋਵੋ ਅਗਰ ਨਹੀਂ ਵੀ ਤੁਸੀਂ ਅੱਗੇ ਇਹ ਕੋਈ ਜ਼ੂਮ ਦੇ ਉੱਤੇ ਸ਼ਾਮਲ ਹੋਏ ਉਹਦੇ ਵਿੱਚ ਜੋ ਪੈਸੇ ਦਾ ਹਿਸਾਬ ਕਿਤਾਬ ਆ ਜਾਂ ਜੋ ਕੁਛ ਵੀ ਮੰਡਲੀਆਂ ਗੱਲਾਂ ਬਾਤਾਂ ਉਹ ਉਹਦੇ ਵਿੱਚ ਦੱਸੀਆਂ ਜਾਣਗੀਆਂ ਸੋ ਮਿਹਰਬਾਨੀ ਕਰਕੇ ਇਹ 4 ਮਾਰਚ ਜੋ ਬੁੱਧਵਾਰ ਆ ਤੁਸੀਂ ਉਹਨੂੰ ਚੇਤੇ ਰੱਖਣਾ 7 ਵਜੇ ਜ਼ੂਮ ਦੇ ਉੱਤੇ ਮੀਟਿੰਗ ਹੋਊਗੀ ਹੁਣ ਪ੍ਰਭੂ ਦਾ ਵਚਨ ਅੱਜ ਦਾ ਅਸੀਂ ਪੜ੍ਹਨਾ ਆ ਇਹ ਹੈਗਾ ਆ ਲਿਆ ਗਿਆ ਮਤੀ ਦੀ ਅੰਜੀਲ ਉਹਦਾ 14 ਅਧਿਆਏ 22 ਤੋਂ 23 ਅਸੀਂ ਦੇਖਣਾ ਮਤੀ 14 22 ਤੋਂ 23 ਤੱਕ ਉਹਨੇ ਉਸੇ ਵੇਲੇ ਚੇਲਿਆਂ ਨੂੰ ਤਕੀਦ ਕੀਤੀ ਵੀ ਜਦ ਤੱਕ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ
ਅਤੇ ਉਹ ਭੀੜ ਨੂੰ ਵਿਦਿਆ ਕਰਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ 'ਤੇ ਚੜ੍ਹ ਗਿਆ ਹੋਈ ਤਾਂ ਉਹ ਉੱਥੇ ਇਕੱਲਾ ਹੀ ਸੀ। ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ, ਇਸ ਲਈ ਜੋ ਉਹ ਪਾਉਣ ਸਾਹਮਣੀ ਸੀ। ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਹਨਾਂ ਵੱਲ ਨੂੰ ਤੁਰਦਾ ਹੋਇਆ ਆਇਆ। ਅਤੇ ਜਾਂ ਚੇਲਿਆਂ ਨੇ ਉਹਨੂੰ ਝੀਲ ਦੇ 'ਤੇ ਤੁਰਦਾ ਵੇਖਿਆ ਤਾਂ ਡੈਂਬਰ ਕੇ ਆਖਣ ਲੱਗੇ, ਇਹ ਭੂਤਨਾ ਹੈ, ਅਤੇ ਡਰ ਕੇ ਡਰਿਆ ਉੱਠੇ। ਪਰ ਯੀਸ਼ੂ ਨੇ ਝੱਟ ਉਹਨਾਂ ਨੂੰ ਆਖਿਆ, ਹੌਸਲਾ ਰੱਖੋ, ਮੈਂ ਹਾਂ, ਨਾ ਡਰੋ। ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ, ਜੇ ਤੂੰ ਹੈ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦੇ। ਉਹਨੇ ਆਖਿਆ, ਆ। ਅਤੇ ਪਤਰਸ ਬੇੜੀਓਂ ਉੱਤਰ ਕੇ ਯੀਸ਼ੂ ਦੇ ਕੋਲ ਆਉਣ ਨੂੰ ਪਾਣੀ 'ਤੇ ਤੁਰ ਲੱਗਾ, ਪਰ ਪਾਉਣ ਵੇਖ ਕੇ ਡਰਿਆ ਔਰ ਜਾਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੂ ਜੀ, ਮੈਨੂੰ ਬਚਾ ਲੈ। ਅਤੇ ਝੱਟ ਯੀਸ਼ੂ ਨੇ ਹੱਥ ਲੰਮਾ ਕਰਕੇ ਉਹਨੂੰ ਫੜ ਲਿਆ ਅਤੇ ਉਹਨੂੰ ਆਖਿਆ, ਹੇ ਥੋੜ੍ਹੀ ਪ੍ਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ? ਔਰ ਜਾਂ ਉਹ ਬੇੜੀ ਉੱਤੇ ਚੜ੍ਹ ਗਿਆ ਤਾਂ ਪਾਉਣ ਥੰਮ ਗਈ। ਫਿਰ ਜਿਹੜੇ ਲੋਕ ਬੇੜੀ ਉੱਤੇ ਸਨ ਉਹਨਾਂ ਨੇ ਉਸ ਦੇ ਅੱਗੇ ਇਹ ਆ ਕੇ ਮੱਥਾ ਟੇਕਿਆ ਕਿ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈ। ਆਮੀਨ। ਪ੍ਰਭੂ ਇਹਨਾਂ ਨੂੰ ਆਸ਼ੀਸ਼ ਦੇ ਵਚਨਾਂ ਨੂੰ ਬਰਕਤ ਦੇਵੇ। ਇਸ ਤੋਂ ਪਹਿਲਾਂ ਕਿ ਪ੍ਰਭੂ ਦਾ ਦਾਸ ਆ ਕੇ ਇਹਨਾਂ ਵਚਨਾਂ ਨੂੰ ਖੋਲ੍ਹੇ, ਅਸੀਂ ਰਲ ਕੇ ਜੋ ਸਕਰੀਨ 'ਤੇ ਗੀਤ ਆਊਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ। When I fear my faith will fail, Christ will hold me fast. When the tempter would prevail, He will hold me fast. I could never keep my hold through life's fearful path, for my love is soft and cold. He must hold me fast. He will hold me fast. He will hold me fast. For my Savior loves me so. He will hold me fast. Those He saves are His delight. Christ will hold me fast. Precious in His holy sight, He will hold me fast. He'll not let my soul be lost. His promises shall last. Bought by Him at such a cost, He will hold me fast. He will hold me fast. He will hold me fast. For my Savior loves me so. He will hold me fast. For my life He bled and died. Christ will hold me fast. Justice has been satisfied. He will hold me fast. Raised with Him to endless life, He will hold me fast. Till our faith is turned to sight, when He comes at last. He will hold me fast. He will hold me fast. For my Savior loves me so.
One of God's faithful missionaries, Alan Gardner, experienced many physical difficulties and hardships throughout his service to the Lord. ਇੱਕ ਜੋ ਮਿਸ਼ਨਰੀ ਐਲਨ ਗਾਰਡਨਸ ਔਰ ਬਹੁਤ ਉਹ ਵਫਾਦਾਰੀ ਦੇ ਨਾਲ ਪ੍ਰਭੂ ਦੀ ਸੇਵਾ ਕਰਨ ਵਾਲਾ ਔਰ ਬਹੁਤ ਉਹਨੇ ਔਖੇ ਸਮੇਂ ਦੇਖੇ ਜ਼ਿੰਦਗੀ 'ਚ And despite the troubles, he said, while God gives me strength, failure will not daunt me. ਔਰ ਉਹਨੇ ਕਿਹਾ ਕਿ ਜਿੰਨਾ ਚਿਰ ਪਰਮੇਸ਼ਰ ਮੈਨੂੰ ਤਾਕਤ ਬਖਸ਼ਦਾ ਆ ਜੋ ਅਗਰ ਮੇਰੇ ਸਾਹਮਣੇ ਕੋਈ ਹਾਰ ਆਉਂਦੀ ਆ ਉਹ ਮੈਨੂੰ ਹਰਾ ਨਹੀਂ ਸਕਦੀ In 1851, at the age of 57, he died of disease and starvation while serving on Picton Island at the southern tip of South America. ਔਰ 1851 ਦੇ ਵਿੱਚ ਜਦੋਂ 57 ਸਾਲ ਦੀ ਉਹਦੀ ਉਮਰ ਸੀਗੀ ਅਮਰੀਕਾ ਦੇ ਵਿੱਚ ਕੁਛ ਉਹਨੂੰ ਬਿਮਾਰੀ ਦਾ ਉੱਤੇ ਤੇ ਜ਼ੋਰ ਪਿਆ ਔਰ ਉੱਥੇ ਉਹਦੀ ਮੌਤ ਹੋਈ When his body was found, his diary was nearby. ਔਰ ਜਦੋਂ ਉਹਦੀ ਜਿਹੜੀ ਲਾਸ਼ ਪਾਈ ਗਈ ਔਰ ਉਹਦੇ ਨਜ਼ਦੀਕ ਜਿਹੜੀ ਡਾਇਰੀ ਸੀ And it bore the record of hunger, thirst, wounds, loneliness. ਔਰ ਉਹਨੇ ਫਿਰ ਉੱਤੇ ਜ਼ਿਕਰ ਕੀਤਾ ਸੀਗਾ ਕਿ ਜੋ ਉਹਨੇ ਸਾਹਮਣਾ ਕੀਤਾ ਭੁੱਖ ਦਾ ਦੁੱਖ ਦਾ ਅਕੇਲੇਪਨ ਦਾ ਮਹਿਸੂਸ ਕੀਤਾ The last entry in his little diary showed the struggle of his shaking hand as he wrote his last words. ਔਰ ਅਖੀਰਲੀ ਗੱਲ ਜਦੋਂ ਉਹਨੇ ਡਾਇਰੀ ਵਿੱਚ ਲਿਖੀ ਸੀਗੀ ਕਿ ਜਿਹੜਾ ਅਖੀਰਲੇ ਸਮੇਂ ਤੇ ਜਿਹੜੇ ਹੱਥ ਸੀਗੇ ਉਹ ਬਹੁਤ ਕੰਬਣ ਲੱਗ ਪਏ ਸੀਗੇ ਜਦੋਂ ਉਹ ਅਖੀਰ ਤੇ ਲਿਖਦਾ ਸੀ And this is what it read. It said this. ਔਰ ਇਸ ਤਰ੍ਹਾਂ ਉਹਨੇ ਉੱਤੇ ਕੀਤਾ ਬਿਆਨ I am overwhelmed with a sense of the goodness of God. ਔਰ ਫਿਰ ਉਹਨੇ ਅਖੀਰ ਤੇ ਇਹ ਕਿਹਾ ਕਿ ਮੈਂ ਜੋ ਪਰਮੇਸ਼ਰ ਦੀ ਜਿਹੜੀ ਦਇਆ ਭਲਾਈ ਹੈ ਜੋ ਕੁਛ ਉਹਦਾ ਪਰਮੇਸ਼ਰ ਦੀਆਂ ਬਰਕਤਾਂ ਉਹਦੇ ਵਿੱਚ ਮੈਂ ਬਹੁਤ ਹੈਰਾਨ ਹਾਂ ਕਿੰਨਾ ਖੁਸ਼ ਹਾਂ William Sangster was a famous Methodist pastor and preacher. ਔਰ ਵਿਲੀਅਮ ਜੋ ਸੀਗਾ ਉਹ ਵੀ ਇੱਕ ਪਰਮੇਸ਼ਰ ਦਾ ਜਿਹੜਾ ਸੇਵਕ ਸੀਗਾ ਉਹ ਵੀ ਸੇਵਾ ਕਰਨ ਵਾਲਾ ਸੀ When he was told that he was dying of progressive muscular atrophy, ਔਰ ਜਦੋਂ ਉਹਨੂੰ ਦੱਸਿਆ ਗਿਆ ਕਿ ਹੁਣ ਜਿਹੜਾ ਉਹਦਾ ਜ਼ਿੰਦਗੀ ਦਾ ਸਮਾਂ ਥੋੜਾ ਆ ਔਰ ਜੋ ਵੀ ਉਹਦੇ ਮਸਲਸ ਦੇ ਵਿੱਚ ਕੋਈ ਜਿਹੜੀ ਬਿਮਾਰੀ ਸ਼ਾਮਲ ਹੋਈ he made 4 resolutions and faithfully kept them. ਔਰ ਉਹਨੇ 4 ਫਿਰ ਆਪਣੇ ਜਿਹੜੇ ਦਿਲ ਦੇ ਵਿੱਚ ਜਿਹੜੇ ਇਰਾਦੇ ਜਿਹੜੇ ਅਸੂਲ ਬਣਾਏ ਔਰ ਉਹਨਾਂ ਨੂੰ ਉਹਨੇ ਸੰਭਾਲ ਕੇ ਰੱਖਿਆ Firstly, I will never complain. ਪਹਿਲੀ ਗੱਲ ਕਿ ਮੈਂ ਕਦੀ ਜੋ ਸ਼ਿਕਵੇ ਸ਼ਿਕਾਇਤ ਨਹੀਂ ਕਰੂੰਗਾ Secondly, I will keep the home bright. In other words, have a good, positive atmosphere in the home. ਔਰ ਦੂਸਰੀ ਗੱਲ ਕਹਿੰਦਾ ਕਿ ਮੈਂ ਜੋ ਆਪਣੇ ਆਪ ਨੂੰ ਜਿਹੜਾ ਮੁਸਕਰਾਨ ਔਰ ਜਿਹੜਾ ਖੁਸ਼ ਦਿਲ ਰਹਿ ਕੇ ਘਰ ਵਿੱਚ ਰਹੂੰਗਾ Thirdly, I will count all my blessings. ਔਰ ਤੀਸਰੀ ਗੱਲ ਕਹਿੰਦਾ ਕਿ ਜਿਹੜੇ ਪ੍ਰਭੂ ਦੀ ਬਰਕਤਾਂ ਮੈਂ ਉਹਨਾਂ ਨੂੰ ਮੈਂ ਗਿਣਦਾ ਰਹੂੰਗਾ And fourthly, I will try to turn the storm into gain. ਔਰ ਉਹਨੇ ਕਿਹਾ ਕਿ ਜਿਹੜੀਆਂ ਇਹ ਆਫਤਾਂ ਆਉਂਦੀਆਂ ਆ ਭੁਚਾਲ ਆਉਂਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮੈਂ ਫਿਰ ਇੱਕ ਫਾਇਦੇ ਦਾ ਜਿਹੜਾ ਸਮਾਂ ਉਹਨਾਂ ਨੂੰ ਸਮਝੂੰਗਾ Christians face storms in life, but how is it possible to react as Alan Gardner and William Sangster faced up to these things? ਔਰ ਫਿਰ ਦੇਖਦੇ ਆ ਕਿ ਜਿਹੜੇ ਮਸੀਹੀ ਲੋਕ ਆ ਕਿਸ ਤਰ੍ਹਾਂ ਉਹ ਜ਼ਿੰਦਗੀ ਵਿੱਚ ਸਾਹਮਣਾ ਕਰਨਗੇ ਜਿਹੜੀਆਂ ਇਹ ਭੁਚਾਲ ਆਉਂਦੇ ਆ ਪਰ ਅਸੀਂ ਦੇਖਦੇ ਕਿ ਫਿਰ ਜਿੱਦਾਂ ਐਲਨ ਵਾਂਗੂ ਜਾਂ ਵਿਲੀਅਮ ਵਾਂਗੂ ਕਿਸ ਤਰ੍ਹਾਂ ਅਸੀਂ ਸਾਹਮਣਾ ਕਰਨਾ ਹੈ In the Old Testament, we read of Job. ਜਿਹੜੇ ਪੁਰਾਣਾ ਨੇਮ ਹੈ ਉਹ ਤੇ ਅਸੀਂ ਅਯੂਬ ਦੀ ਕਹਾਣੀ ਦੇਖਦੇ ਹਾਂ And it says in Job chapter 1 verse 12 and 2 verse 1 ਔਰ ਫਿਰ ਪਹਿਲਾ ਅਧਿਆਏ ਉਹਦੀ 12 ਆਇਤ ਤੋਂ ਦੂਸਰੇ ਅਧਿਆਏ ਤੱਕ that there was a day. ਕਿ ਉੱਥੇ ਇੱਕ ਦਿਨ ਸੀ These are chilling words as if to announce that there was a day like no other day. ਔਰ ਉਹ ਮਤਲਬ ਕਹਿੰਦੇ ਕਿ ਇਹ ਇੱਕ ਦਿਨ ਸੀਗਾ ਕਿ ਜਿਹੜਾ ਬਾਕੀ ਦਿਨਾਂ ਦੇ ਨਾਲੋਂ ਬਿਲਕੁਲ ਫਰਕ ਸੀਗਾ And his servants come to him one after the other with bad news. ਔਰ ਕਿ ਜਿਹੜੇ ਉਹਦੇ ਨੌਕਰ ਚਾਕਰ ਸੀਗੇ ਕਿ ਉਹ ਸਿਰਫ ਬੁਰੀ ਤੋਂ ਬੁਰੀ ਖਬਰ ਜਿਹੜੀ ਉਹ ਲੈ ਕੇ ਆ ਰਿਹਾ ਸੀ Job, your oxen and donkeys have been killed and your servants have been killed. ਔਰ ਕਿ ਅਯੂਬ ਨੂੰ ਆ ਕੇ ਨੌਕਰ ਦੱਸਿਆ ਕਿ ਜਿਹੜੇ ਤੇਰੇ ਜਾਨਵਰ ਸੀਗੇ ਜਿਹੜੇ ਸੀਗੇ
ਔਰ ਜੋ ਜਿਹੜਾ ਸਾਰਾ ਨੁਕਸਾਨ ਹੋਇਆ ਸੀ ਉਹਨੂੰ ਦੱਸਿਆ। Job, fire fell from heaven and destroyed your property, your sheep and your servants. ਕਿ ਜਿਹੜੀ ਆਈ ਅੱਗ ਆਕਾਸ਼ੋਂ ਔਰ ਉਹਨੇ ਜਿਹੜੀਆਂ ਜੋ ਭੇਡਾਂ ਬੱਕਰੀਆਂ ਔਰ ਜੋ ਤੇਰੀ ਜਿਹੜੀ ਸੀਗੀ ਜਾਇਦਾਦ ਉਹਨੂੰ ਨੁਕਸਾਨ ਪਹੁੰਚਾਤਾ। And this goes on and on. ਔਰ ਇਹ ਜਿਹੜਾ ਸੀਗਾ ਉਹਨੂੰ ਬੁਰੀਆਂ ਖਬਰਾਂ ਤੋਂ ਅੱਗੇ ਤੋਂ ਅੱਗੇ ਵਧਦੀਆਂ ਗਈਆਂ। And then Job is like a boxer. ਔਰ ਕੀ ਦੇਖਦੇ ਆ ਕਿ ਜਿਹੜਾ ਅਯੂਬ ਆ ਉਹ ਇੱਕ ਜਿਹੜਾ ਬਾਕਸ ਜਿਹੜਾ ਮੁੱਕੇਬਾਜ਼ੀ ਕਰਨ And ਵਾਲਾ he's ਹੁੰਦਾ been hit by one punch, then another, then another. ਔਰ ਉਹ ਕਿ ਕਿਸ ਤਰ੍ਹਾਂ ਉਹਨੂੰ ਇੱਕ ਤੋਂ ਬਾਅਦ ਜਿਹੜੇ ਮੁੱਕੇ ਵੱਜਦੇ ਆ। And then the final blow comes. ਔਰ ਫਿਰ ਜਿਹੜੇ ਅਖੀਰ ਤੇ ਜਿਹੜਾ ਉਹਦਾ ਬਹੁਤ ਜ਼ੋਰ ਦਾ ਉਹਨੂੰ ਮੁੱਕਾ ਲੱਗਦਾ And ਹੈ। he's told that all 10 of his children are dead. ਔਰ ਕਿ ਜਿਹੜੇ 10 ਬੱਚੇ ਆ ਉਹ 10 ਦੇ 10 ਹੀ ਮਰ ਗਏ। This was Job, one of the most godliest of men in the Bible. ਔਰ ਇਹ ਕੀ ਦੇਖਦੇ ਆ ਕਿ ਜੋ ਬਾਈਬਲ ਦੇ ਵਿੱਚ ਅਸੀਂ ਦੇਖਦੇ ਆ ਇਹ ਜਿਹੜਾ ਮਨੁੱਖ ਸੀਗਾ ਇਹ ਪਰਮੇਸ਼ਰ ਦੇ ਵਿੱਚ ਬਹੁਤ ਮੰਨਣ ਵਾਲਾ ਔਰ ਪਰਮੇਸ਼ਰ ਦੇ ਨਾਲ ਚੱਲਣ ਵਾਲਾ ਸੀ। A storm comes to him. ਔਰ ਫਿਰ ਵੀ ਕੀ ਦੇਖਦੇ ਆ ਕਿ ਜਿਹੜਾ ਤੂਫਾਨ ਉਹਦੇ ਸਾਹਮਣੇ ਆਇਆ How does he react? ਔਰ ਉਹਨੇ ਕਿਸ ਤਰ੍ਹਾਂ ਉਹਦਾ ਸਾਹਮਣਾ ਕੀਤਾ। His initial reaction was to say, the Lord gives and the Lord takes away, blessed be the name of the Lord. ਔਰ ਉਹਨੇ ਕਿਸ ਤਰ੍ਹਾਂ ਇਹਦਾ ਸਾਹਮਣਾ ਕੀਤਾ। ਉਹਨੇ ਕਿਹਾ ਕਿ ਪਰਮੇਸ਼ਰ ਦੇਣ ਵਾਲਾ ਆ, ਪਰਮੇਸ਼ਰ ਲੈ ਜਾਂਦਾ ਆ, ਉਹਦਾ ਨਾਮ ਮੁਬਾਰਕ ਹੋਵੇ। Sadly, storms will come like this, and we've heard of storms coming like this in this pandemic. ਔਰ ਜਿਹੜੇ ਇਸ ਤਰ੍ਹਾਂ ਦੇ ਤੂਫਾਨ ਆ ਭੁਚਾਲ ਆਉਂਦੇ ਵੀ ਆ। ਹੁਣ ਵੀ ਅਸੀਂ ਦੇਖਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਕਿਸ ਤਰ੍ਹਾਂ ਜਿਹੜਾ ਵਾਇਰਸ ਆ ਉਹ ਪੈਂਡੈਮਿਕ ਕਿਸ ਤਰ੍ਹਾਂ ਉਹ ਆਇਆ ਹੈ। This one's died, that one's died, that one's died. ਕਿ ਕਿਸ ਤਰ੍ਹਾਂ ਅਸੀਂ ਮੌਤਾਂ ਸੁਣਦੇ ਆ ਕਿ ਉੱਥੇ ਫਲਾਣੇ ਦੀ ਮੌਤ ਹੋ ਗਈ ਔਰ ਉੱਥੇ ਜਗ੍ਹਾ ਦੂਸਰੀ ਦੀ ਮੌਤ ਹੋ ਗਈ। ਇਸ ਤਰ੍ਹਾਂ ਮੌਤਾਂ ਬਾਰੇ ਸੁਣਦੇ ਆ। If I was to ask you a question, ਜੇ ਤੈਨੂੰ ਇਹ ਸਵਾਲ ਪੁੱਛਿਆ ਜਾਵੇ I wonder how you'd answer it. ਔਰ ਪਤਾ ਨਹੀਂ ਕਿਸ ਤਰ੍ਹਾਂ ਤੁਸੀਂ ਜਵਾਬ ਦੋਗੇ। If I was to ask you how many particles of coronavirus are circulating in the world at this moment in time in people's bodies who are infected, I wonder what your answer would be if you were to pile up all the viruses in liquid form. ਔਰ ਜੇ ਹੁਣ ਜਿਹੜਾ ਆਹ ਪੁੱਛਿਆ ਜਾਵੇ ਕਿ ਇਸ ਸਮੇਂ ਜੋ ਦੁਨੀਆ ਦੇ ਵਿੱਚ ਜਿਹੜੀ ਵਾਇਰਸ ਆ ਕਿਸ ਤਰ੍ਹਾਂ ਉਹਦੀਆਂ ਤਹਿਾਂ ਲੱਗੀਆਂ ਹੋਈਆਂ ਔਰ ਉਹਨੂੰ ਜੇ ਦੇਖਣਾ ਹੈ ਤੁਸੀਂ ਕੀ ਜਵਾਬ ਦੋਗੇ। Would there be enough virus to fill a swimming pool or a football stadium? I mean, how much is there circulating in the world? ਕਿ ਦੁਨੀਆ ਦੇ ਵਿੱਚ ਇਸ ਵੇਲੇ ਇਹ ਜਿਹੜੀ ਵਾਇਰਸ ਹੈ ਕਿੰਨੀ ਕੁ ਫੈਲ ਚੁੱਕੀ ਆ, ਕਿੰਨਾ ਕਿ ਇਹ ਜਗ੍ਹਾ ਨੂੰ ਭਰ ਦੇਣਗੇ, ਸਵਿਮਿੰਗ ਪੂਲ ਜਾਂ ਹੋਰ ਕੋਈ ਜਗ੍ਹਾ ਕਿੰਨੀ ਕੁ ਭਰ ਜੂ ਉਹਦੇ ਨਾਲ। Let me tell you, ਜੇ ਦੱਸਦੇ ਆ I think you'll be shocked. ਔਰ ਤੁਸੀਂ ਹੈਰਾਨ ਹੋ ਜਾਓਗੇ। It would be something like 160 milliliters, so this much. ਔਰ You can ਇਹ see. ਇੱਕ ਬਹੁਤ ਜਿਹੜੇ ਥੋੜਾ ਜਿਹਾ ਹੈਗਾ ਆ ਜੇ ਅਸੀਂ ਦੇਖਿਆ ਜਾਵੇ ਕਿ ਜੇ ਇਹਨੂੰ ਨਾਪ ਕੇ ਇਹ ਥੋੜੀ ਮਾਤਰਾ ਆ। Some would say even about this much. ਔਰ ਇਹ ਕਿ ਜਿਹੜਾ ਇਹ ਬਹੁਤ ਵੱਡਾ ਨਹੀਂ ਇਹਨੂੰ ਮਿਣਤੀ ਵਿੱਚ ਲਿਆ ਸਕਦੇ। Because these viruses are so small. ਔਰ ਇਹ ਜਿਹੜੀ ਵਾਇਰਸ ਆ ਇਹ ਇੰਨਾ ਛੋਟਾ ਆ। And this much virus is causing the whole world to be shut down. ਔਰ ਇਹ ਕਹਿ ਸਕਦੇ ਕਿ ਜਿਹੜਾ ਬਹੁਤ ਇਹ ਦੇਖਿਆ ਜਾਵੇ ਜੇ ਇਹਦੀ ਮਿਣਤੀ ਕੀਤੀ ਜਾਵੇ ਮਿਣਤੀ ਵਿੱਚ ਥੋੜਾ ਆ ਪਰ ਸਾਰੀ ਦੁਨੀਆ ਨੂੰ ਇਹਨੇ ਹਿਲਾ ਕੇ ਰੱਖ ਦਿੱਤਾ ਹੈ। It's not less, it's a lot, but it's so small, that's why it's contained. It looks so little to us. ਔਰ ਜੇ ਅਸੀਂ ਦੇਖਿਆ ਜਾਵੇ ਉਹਨੂੰ ਜਦੋਂ ਨਾਪਣਾ ਆ ਛੋਟੇ ਪੈਮਾਨੇ ਵਿੱਚ ਕਿ ਉਹ ਕਿੰਨਾ ਆ ਪਰ ਜਦੋਂ ਉਹ ਦੁਨੀਆ ਵਿੱਚ ਫੈਲਿਆ ਹੋਇਆ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਆ। Storms will come in one form or another. ਔਰ ਜਿਹੜੇ ਤੂਫਾਨ ਆ ਉਹ ਜ਼ਿੰਦਗੀ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਫਰਕ ਉਹਦੇ ਰੂਪ ਆਉਂਦੇ ਆ। And that's why we look at the two incidents in the Bible that speaks of Jesus being in a storm. ਔਰ ਇਸੇ ਕਰਕੇ ਜੋ ਅਸੀਂ ਦੇਖਦੇ ਹਾਂ ਕਿ ਜਿਹੜੇ ਦੋ ਜੋ ਭੁਚਾਲ ਆਏ ਪ੍ਰਭੂ ਦੇ ਦਿਨਾਂ ਦੇ ਵਿੱਚ। In the first incident in Luke chapter 8 verse 22 to 25 we saw that Jesus was silent in the storm. ਔਰ ਪਹਿਲਾਂ ਜਿਹੜਾ ਲੂਕਾ 8 ਤੇ ਦੇਖਿਆ ਸੀਗਾ ਕਿ ਉਸ ਤੂਫਾਨ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਸ਼ਾਂਤ ਸੀ, ਚੁੱਪ ਸੀ। He was asleep. ਔਰ ਉੱਥੇ ਪ੍ਰਭੂ ਸੁੱਤਾ ਸੀ। And maybe we said that we might feel like this, we're in a storm and where's Christ? ਔਰ ਇਹ ਵੀ ਕਿਹਾ ਸੀਗਾ ਕਿ ਹੋ ਸਕਦਾ ਕਿ ਸਾਡੇ ਸਾਹਮਣੇ ਤੂਫਾਨ ਆਵੇ ਪਰ ਸਾਨੂੰ ਲੱਗੇ ਕਿ ਹਾਂ ਕਿ ਪ੍ਰਭੂ ਕਿੱਥੇ ਹੈ ਇਸ ਵੇਲੇ। But we saw that Christ was with them, he was in the boat and he stilled the storm. ਔਰ ਕੀ ਦੇਖਿਆ ਸੀਗਾ ਕਿ ਪ੍ਰਭੂ ਉਹਨਾਂ ਦੇ ਨਾਲ ਸੀਗਾ ਔਰ ਕਿਸ ਤਰ੍ਹਾਂ ਪ੍ਰਭੂ ਨੇ ਉਸ
ਤੂਫਾਨ ਨੂੰ ਸ਼ਾਂਤ ਕੀਤਾ। Now, in the second storm that we're looking at today, from Matthew chapter 14, verse 22 to 33, ਔਰ ਜਿਹੜਾ ਦੂਸਰਾ ਤੂਫਾਨ ਆ ਇਹ ਜੋ ਦੇਖਣਾ ਆ ਮਤੀ 14:22 ਤੋਂ 23 ਦੇ ਵਿੱਚ we'll see that there are similarities to the first storm, ਔਰ ਇੱਥੇ ਦੇਖਣਾ ਕਿ ਤਕਰੀਬਨ ਸ਼ੁਰੂ ਦੇ ਵਿੱਚ ਇਸੇ ਤਰ੍ਹਾਂ ਦਾ ਕੁਝ ਹੋ ਰਿਹਾ, but also there are differences that enhance and add to our understanding of what Christ is doing when we go through a storm as believers. ਪਰ ਕੁਝ ਫਰਕ ਤਰੀਕੇ ਥੋੜਾ ਜਿਹਾ ਦੇਖਣਾ ਉਹਦੇ ਨਾਲੋਂ ਇਹ ਵੀ ਕਿ ਜਦੋਂ ਅਸੀਂ ਤੂਫਾਨ ਦੇ ਵਿੱਚ ਲੰਘ ਕੇ ਜਾਂਦੇ ਆ ਤੇ ਫਿਰ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਉਸ ਤੂਫਾਨ ਵਿੱਚ ਸਾਡੀ ਮਦਦ ਕਰਦਾ ਹੈ। So let's look at this storm. ਔਰ ਇਸ ਜਿਹੜਾ ਤੂਫਾਨ ਹੈ ਤੇ ਦੇਖੀਏ। Please have your Bibles open at Matthew 14, verse 22 through to 33. ਔਰ ਮਿਹਰਬਾਨੀ ਕਰਕੇ ਤੁਸੀਂ ਜਿਹੜੇ ਮਤੀ ਦੀ ਇੰਜੀਲ 14 ਤੇ ਆਏ ਉਹਦੀ 22 ਤੋਂ 33 ਆਇਤ ਵਿੱਚ ਦੇਖਣਾ ਖੋਲ ਕੇ ਰੱਖਣਾ। Firstly, we learn that Jesus helps us in the storm by praying for us. ਔਰ ਪਹਿਲੀ ਕੀ ਗੱਲ ਦੇਖਦੇ ਆ ਕਿ ਕਿਸ ਤਰ੍ਹਾਂ ਜਿਹੜਾ ਤੂਫਾਨ ਜਿਹੜਾ ਔਖਾ ਸਮਾਂ ਹੁੰਦਾ ਸਾਡੇ ਉੱਤੇ ਪ੍ਰਭੂ ਯਿਸੂ ਮਸੀਹ ਪਹਿਲੀ ਮਤਲਬ ਕਿ ਪ੍ਰਾਰਥਨਾ ਕਰਦਾ ਹੈ। Now, what happened here? If you look at the context, Jesus had fed 5,000 people with 5 loaves and 2 fish in verse 13 through to 21. ਔਰ ਕੀ ਦੇਖਦੇ ਹਾਂ ਥੋੜਾ ਪਿੱਛੇ ਕਿ ਜੋ ਪ੍ਰਭੂ ਨੇ ਕਿਸ ਤਰ੍ਹਾਂ ਜਿਹੜੇ 5,000 ਹੈ ਉਹਨਾਂ ਨੂੰ ਰੋਟੀ ਜੋ ਖਾਣਾ ਖਿਲਾਇਆ। In verse 22, it tells us he made his disciples get into the boat and go before him to the other side of the sea. ਔਰ ਫਿਰ 22 ਤੋਂ ਸ਼ੁਰੂ ਹੁੰਦਾ ਕਿ ਜਦੋਂ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਜੋ ਜਿਹੜੀ ਕਿਸ਼ਤੀ ਆ ਉਹਦੇ ਉੱਤੇ ਬੈਠ ਕੇ ਤੇ ਦੂਸਰੇ ਪਾਰ ਲੰਘ ਜਾਓ। Jesus had sent them away. ਔਰ ਪ੍ਰਭੂ ਨੇ ਉਹਨਾਂ ਨੂੰ ਉੱਥੋਂ ਵਿਦਿਆ ਕਰ ਦਿੱਤਾ। Why? ਕਿਉਂ? Because Jesus wanted to be alone. ਕਿਉਂਕਿ ਪ੍ਰਭੂ ਯਿਸੂ ਮਸੀਹ ਅਕੇਲਾ ਰਹਿਣਾ ਚਾਹੁੰਦਾ ਸੀ। Verse 23 tells us, ਔਰ 23 ਆਇਤ ਵਿੱਚ ਦੇਖਦੇ ਹਾਂ when he sent the multitudes away, he went up on the mountain by himself to pray. ਔਰ ਕਿ ਜਦੋਂ ਉਹਨੇ ਭੀੜ ਨੂੰ ਵਿਦਿਆ ਕੀਤਾ ਤੇ ਫਿਰ ਪ੍ਰਭੂ ਨੇ ਆਪਣੇ ਆਪ ਨੂੰ ਇਕੱਲਾ ਕਰਕੇ ਪਹਾੜ ਤੇ ਚਲੇ ਗਿਆ। Brothers, sisters, there are so many lessons we can draw from this. We don't have time to go into it. ਭੈਣੋ ਭਾਈਓ ਬਹੁਤ ਸਾਰੇ ਜਿਹੜੇ ਸਬਕ ਆ ਉਹ ਇੱਥੋਂ ਦੇਖ ਸਕਦੇ ਆ ਪਰ ਹੁਣ ਸਮਾਂ ਨਹੀਂ ਹੈਗਾ। But if the spotless, pure, perfect Son of God spent so much time in prayer, ਔਰ ਜੇ ਅਸੀਂ ਦੇਖੀਏ ਕਿ ਜੋ ਪਰਮੇਸ਼ਰ ਦਾ ਪੁੱਤਰ ਸਾਡਾ ਪ੍ਰਭੂ ਯਿਸੂ ਮਸੀਹ ਜਿਹਦੇ ਵਿੱਚ ਕੋਈ ਦਾਗ ਕੋਈ ਪਾਪ ਕੋਈ ਕਮੀ ਕਮਜ਼ੋਰੀ ਕੋਈ ਨਹੀਂ ਸੀਗੀ ਜੇ ਉਹ ਇਹਨਾਂ ਸਮਾਂ ਪ੍ਰਾਰਥਨਾ ਵਿੱਚ ਲਾਉਂਦਾ। as a man, how much more do we who are sinful and imperfect need to pray? ਔਰ ਫਿਰ ਸਾਨੂੰ ਜਿਹੜੇ ਅਸੀਂ ਹੈਗੇ ਆ ਕਿ ਜਿਹੜੇ ਅਸੀਂ ਸਾਡੇ ਵਿੱਚ ਪਾਪ ਕਮੀਆਂ ਕਮਜ਼ੋਰੀਆਂ ਹੈਗੀਆਂ ਆ ਫਿਰ ਸਾਨੂੰ ਕਿੰਨੀ ਲੋੜ ਆ ਕਿ ਪ੍ਰਭੂ ਦੇ ਅੱਗੇ ਪ੍ਰਾਰਥਨਾ ਵਿੱਚ ਲੱਗੇ ਰਹਿਣਾ। Verse 23, the second part says, now when evening came, he was alone there. So he's still up on the mountain praying when evening came. ਔਰ 23 ਅੱਧਾ ਜਿਹੜਾ ਦੂਸਰਾ ਹਿੱਸਾ ਕੀ ਦੇਖਦੇ ਆ ਕਿ ਹਾਲੇ ਪ੍ਰਭੂ ਯਿਸੂ ਮਸੀਹ ਉੱਥੇ ਇਕੱਲਾ ਹੀ ਸੀਗਾ ਪਹਾੜ ਉੱਤੇ ਪ੍ਰਾਰਥਨਾ ਕਰ ਰਿਹਾ। But at the same time, verse 24 tells us ਪਰ ਜਿਹੜੀ 24 ਹੈ ਤੇ ਉਹ ਵੀ ਸਾਨੂੰ ਦੱਸਦੀ ਉਸੇ ਸਮੇਂ ਦੇ ਵਿੱਚ that the boat was now in the middle of the sea, tossed by the waves, for the wind was contrary. ਔਰ ਕਿ ਇੱਥੇ ਕੀ ਦੇਖਦੇ ਕਿ ਜਿਹੜੀ ਬੇੜੀ ਸੀਗੀ ਉਹ ਜਿਹੜੀ ਉੱਥੇ ਕਿਉਂਕਿ ਤੂਫਾਨ ਸੀਗਾ ਜਿਹੜੀਆਂ ਪਾਣੀ ਦੀਆਂ ਲਹਿਰਾਂ ਸੀਗੀਆਂ ਉਹਨਾਂ 'ਚ ਡੋਲਦੀ ਸੀ। Now again, this is similar to the storm that we looked at last time. ਔਰ ਇਹ ਤਕਰੀਬਨ ਇੱਥੇ ਦੇਖਿਆ ਜਾਵੇ ਤੇ ਇੱਥੋਂ ਕੁਝ ਲੱਗਦਾ ਕਿ ਬਿਲਕੁਲ ਉਹੀ ਹੈਗਾ ਤੂਫਾਨ ਜਿੱਦਾਂ ਪਹਿਲਾਂ ਦੂਸਰੇ ਦੇਖਿਆ ਸੀ। Because disciples had obeyed Christ's command. ਔਰ ਉੱਥੇ ਕੀ ਦੇਖਿਆ ਸੀਗਾ ਕਿ ਜਿਸ ਤਰ੍ਹਾਂ ਪ੍ਰਭੂ ਨੇ ਉਹਨੂੰ ਕਿਹਾ ਸੀ ਹੁਣ ਤੱਕ ਤੁਸੀਂ ਆਹ ਕੁਝ ਕਰਨਾ ਹੈ। They were doing what he told them to do. ਔਰ ਜੋ ਪ੍ਰਭੂ ਨੇ ਉਹਨੂੰ ਕਿਹਾ ਉਹ ਕੁਝ ਉਹ ਕਰ ਰਹੇ ਸੀ। He told them to get into the boat and cross the sea. ਔਰ ਪ੍ਰਭੂ ਨੇ ਕਿਹਾ ਕਿ ਤੁਸੀਂ ਬੇੜੀ ਤੇ ਚੜ੍ਹ ਕੇ ਤੇ ਜਿਹੜਾ ਸਮੁੰਦਰ ਪਾਰ ਕਰਕੇ ਉਹਨੂੰ ਚੱਲ ਜਾਓ। And yet the sea did not remain calm and peaceful. ਪਰ ਕੀ ਦੇਖਿਆ ਸੀਗਾ ਕਿ ਜਿਹੜਾ ਸਮੁੰਦਰ ਸੀਗਾ ਉਹ ਸ਼ਾਂਤ ਨਹੀਂ ਰਿਹਾ। This great storm came upon them. ਔਰ ਕਿ ਕਿਸ ਤਰ੍ਹਾਂ ਉਹਨਾਂ ਤੇ ਜਿਹੜਾ ਇਹ ਤੂਫਾਨ ਸੀਗਾ ਕਿਸ ਤਰ੍ਹਾਂ ਜ਼ੋਰ ਨਾਲ ਉੱਤੇ ਪਾਉਣ ਆਈ। So let me just repeat what I said last time. ਔਰ ਜਿਹੜਾ ਪਿਛਲੀ ਵਾਰ ਕਿਹਾ ਸੀਗਾ ਉਹਨੂੰ ਜੇ ਦੁਹਰਾਇਆ ਜਾਵੇ। Often we think that if we obey Jesus, ਔਰ ਕਈ ਵਾਰ ਅਸੀਂ ਸੋਚਦੇ ਹਾਂ ਕਿ ਜੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੱਲਦੇ ਹਾਂ ਉਹਦਾ ਕਹਿਣਾ ਮੰਨਦੇ ਹਾਂ I'll be okay. I won't face any storms. ਔਰ ਫਿਰ ਕੀ ਹੁੰਦਾ ਕਿ ਸੋਚ ਲੈਂਦੇ ਕਈ ਵਾਰੀ
ਹਾਂ ਕਿ ਮੈਂ ਠੀਕ ਹਾਂ, ਮੇਰੇ ਉੱਤੇ ਕੋਈ ਤੂਫਾਨ ਨਹੀਂ ਆਊਗਾ, That is simply not true. ਔਰ ਇਹ ਸੱਚੀ ਗੱਲ ਨਹੀਂ ਹੈਗੀ। Sometimes when we become Christians, ਜਦੋਂ ਕਈ ਵਾਰੀ ਅਸੀਂ ਪ੍ਰਭੂ ਦੇ ਵਿੱਚ ਆ ਜਾਂਦੇ ਹਾਂ, sure, everything seems calm at the beginning. ਔਰ ਕਈ ਵਾਰੀ ਸ਼ੁਰੂ ਦੇ ਵਿੱਚ ਲੱਗਦਾ ਕਿ ਸਾਰਾ ਕੁਝ ਸ਼ਾਂਤ ਆ, ਠੀਕ ਆ, Christ may set us off on calm waters. ਔਰ ਕਈ ਵਾਰੀ ਹੋ ਸਕਦਾ ਕਿ ਪ੍ਰਭੂ ਸਾਨੂੰ ਉਹਨਾਂ ਪਾਣੀਆਂ ਵਿੱਚ ਭੇਜੇ ਜਿੱਥੇ ਬਿਲਕੁਲ ਸ਼ਾਂਤ ਆ, In the brightness of the day, all is well. ਔਰ ਜਦੋਂ ਕਿ ਜਿਹੜੀ ਸਾਰਾ ਕੁਝ ਸ਼ਾਂਤ ਹੁੰਦਾ ਹੈ, ਧੁੱਪ ਲੱਗੀ ਹੋਈ ਆ, ਸਾਰਾ ਕੁਝ ਠੀਕ ਠਾਕ ਆ, But as we said last time, suddenly, bang, a storm comes. ਔਰ ਫਿਰ ਜਿਸ ਤਰ੍ਹਾਂ ਕਿਹਾ ਸੀਗਾ ਪਹਿਲਾਂ ਕਿ ਇਹ ਵੀ ਹੈਗਾ ਕਿ ਕਈ ਵਾਰੀ ਅਚਾਨਕ ਜਦੋਂ ਕੋਈ ਜਿਹੜਾ ਤੂਫਾਨ ਆ ਸਾਡੇ ਸਾਹਮਣੇ ਆ ਜਾਂਦਾ ਆ, We feel we're not prepared for it. ਔਰ ਫਿਰ ਸਾਨੂੰ ਲੱਗਦਾ ਕਿ ਅਸੀਂ ਤੇ ਇਹਦੇ ਵਾਸਤੇ ਤਿਆਰੀ ਵੀ ਨਹੀਂ ਕੀਤੀ, You wonder what's going on. ਔਰ ਫਿਰ ਸੋਚਦੇ ਕੀ ਹੋ ਗਿਆ, Why has this storm come upon me? ਔਰ ਇਹ ਕਿਉਂ ਤੂਫਾਨ ਮੇਰੇ ਉੱਤੇ ਆ ਗਿਆ, Look, I was following Christ. I was obeying Him. Why has this happened? ਕਿ ਮੈਂ ਤੇ ਪ੍ਰਭੂ ਦਾ ਕਹਿਣਾ ਮੰਨ ਰਿਹਾ ਸੀਗਾ, ਮੈਂ ਤੇ ਪ੍ਰਭੂ ਨਾਲ ਚੱਲਿਆ ਸੀਗਾ, ਇਹ ਫਿਰ ਕਿਉਂ ਹੋਇਆ। You have the ordinary storms of life. You may get COVID. You may get ill. You may face an accident. Everything may seem to go wrong like Job. ਔਰ ਕੀ ਦੇਖਦੇ ਆ ਕਿ ਜੋ ਰੋਜ਼ਾਨਾ ਜ਼ਿੰਦਗੀ 'ਚ ਸਾਡੇ ਸਾਹਮਣੇ ਚੀਜ਼ਾਂ ਆਉਂਦੀਆਂ, ਤੂਫਾਨ ਛੋਟੇ ਛੋਟੇ, ਜੋ ਹੋ ਸਕਦਾ ਕੋਈ ਸਾਨੂੰ ਕੋਵਿਡ ਹੋ ਜਾਵੇ ਜਾਂ ਕੋਈ ਐਕਸੀਡੈਂਟ ਹੋ ਜਾਵੇ ਜਾਂ ਹੋਰ ਕੋਈ ਮੁਸ਼ਕਿਲ ਸਾਡੇ ਸਾਹਮਣੇ Or ਆਵੇ, you may face storms because people are turning against you because you follow Christ. ਔਰ ਹੋ ਸਕਦਾ ਇਹ ਵੀ ਇੱਕ ਤੂਫਾਨ ਵਾਂਗੂ ਹੋਵੇ ਕਿ ਜਦੋਂ ਹੁਣ ਤੁਸੀਂ ਮਸੀਹ ਦੇ ਪ੍ਰਭੂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਲੋਕ ਤੁਹਾਨੂੰ ਤਾਨੇ ਮੇਣੇ ਮਾਰਦੇ ਆ, And if you like the disciples who are battered and tossed about by the waves, Or- the wind is blowing against you. ਔਰ ਫਿਰ ਤੁਹਾਨੂੰ ਮਹਿਸੂਸ ਹੋਊਗਾ ਕਿ ਜਿਸ ਤਰ੍ਹਾਂ ਚੇਲਿਆਂ ਨੂੰ ਤੂਫਾਨ ਜ਼ੋਰ ਦੀ ਹਵਾ ਨੇ ਇੱਧਰ ਉੱਧਰ ਧੱਕੇ ਉਹਨਾਂ ਨੂੰ ਪੈਂਦੇ ਸੀਗੇ, ਔਰ ਫਿਰ ਲੱਗਦਾ ਕਿ ਇਹ ਕੋਈ ਸਾਡਾ ਹਾਲ ਹੋ ਗਿਆ। When I came to the Lord in 1985, ਔਰ 1985 ਦੇ ਵਿੱਚ ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ, the Lord was very merciful to me. ਔਰ ਪ੍ਰਭੂ ਬਹੁਤ ਮੇਰੇ ਤੇ ਦਿਆਲ ਸੀ, And I was so grateful that He had taken me out of the miry clay of sin and put my feet upon the rock, the Lord Jesus Christ. ਔਰ ਮੈਂ ਬਹੁਤ ਪ੍ਰਭੂ ਦਾ ਸ਼ੁਕਰ ਕੀਤਾ ਕਿ ਜਦੋਂ ਪ੍ਰਭੂ ਨੇ ਮੈਨੂੰ ਉਸ ਜੋ ਜ਼ਮੀਨ ਜਿਹੜੀ ਗਾਰੇ ਦੀ ਸੀਗੀ ਉੱਥੋਂ ਮੈਨੂੰ ਕੱਢ ਕੇ ਇੱਕ ਪਥਰੀਲੀ ਮੇਰੇ ਚੰਗੇ ਜਿੱਥੇ ਪੈਰ ਸੀਗੇ ਉੱਥੇ ਖੜੇ ਕੀਤੇ, ਔਰ ਮੈਂ ਉੱਥੇ ਸ਼ਾਂਤ ਸੀ। And the contrast for me was so vivid. It was like coming out of a very dark tunnel, a dirty, dismal tunnel where I was suffocating with sin. ਔਰ ਮੇਰੇ ਵਾਸਤੇ ਇਹ ਬਿਲਕੁਲ ਬਹੁਤ ਫਰਕ ਗੱਲ ਸੀਗੀ ਕਿ ਇੱਕ ਪਾਸੇ ਮੈਂ ਦੇਖਿਆ ਜਦੋਂ ਪਹਿਲਾਂ ਜਿੱਥੇ ਹਨੇਰਾ ਸੀਗਾ, ਜਿੱਥੇ ਮੇਰਾ ਦਮ ਘੁੱਟ ਹੋ ਰਿਹਾ ਸੀਗਾ, ਪਰ ਜਦੋਂ ਪ੍ਰਭੂ ਨੇ ਮੈਨੂੰ ਉਸ ਜਿਹੜਾ ਲੈ ਕੇ ਆਂਦਾ ਜਿੱਥੇ ਸੀਗਾ ਰੌਸ਼ਨੀ ਸੀਗੀ, ਜਿੱਥੇ ਮੈਂ ਸਾਹ ਚੰਗੀ ਤਰ੍ਹਾਂ ਲੈ ਸਕਦਾ ਸੀ, And when I came out of it, it's like coming into the daylight, into the fresh air. ਔਰ ਕਿੱਦਾਂ ਮੈਂ ਮਹਿਸੂਸ ਕੀਤਾ ਕਿ ਜਿਸ ਤਰ੍ਹਾਂ ਉਸ ਜਗ੍ਹਾ ਤੇ ਹੁੰਦੇ ਆ ਜਿੱਥੇ ਤੁਹਾਨੂੰ ਸਾਹ ਨਹੀਂ ਆਉਂਦਾ, ਤੁਸੀਂ ਘੁੱਟਵਾਂ ਮਹਿਸੂਸ ਕਰਦੇ, ਔਰ ਫਿਰ ਤੁਸੀਂ ਉਸ ਤਾਜ਼ੀ ਹਵਾ ਦੇ ਵਿੱਚ ਜਿੱਥੇ ਸਾਰਾ ਕੁਝ ਸੋਹਣਾ ਹੁੰਦਾ ਤੁਸੀਂ ਉੱਥੇ ਮਹਿਸੂਸ ਕਰਦੇ ਆ। Everything seemed new to me. ਔਰ ਮੈਨੂੰ ਸਾਰਾ ਕੁਝ ਵੀ ਨਵਾਂ ਮਹਿਸੂਸ ਹੋਇਆ। I looked at the sky and I thought about the glory of God. ਔਰ ਜਦੋਂ ਮੈਂ ਫਿਰ ਆਕਾਸ਼ ਵੱਲ ਦੇਖਿਆ ਤੇ ਫਿਰ ਮੈਂ ਪਰਮੇਸ਼ਰ ਦੀ ਮਹਿਮਾ ਦਾ ਧਿਆਨ ਕੀਤਾ। I looked at the trees, I looked at the plants. ਔਰ ਫਿਰ ਮੈਂ ਜਿਹੜੀ ਪ੍ਰਭੂ ਦੀ ਰਚਨਾ ਆ, ਜਿਹੜੇ ਦਰਖਤ ਆ, ਜਿਹੜੇ ਪੌਦੇ ਆ, ਉਹਨਾਂ ਵੱਲ ਧਿਆਨ ਕੀਤਾ। And I saw everything in a new light with a new heart and a new mind. I thought, this was here all before. I just thought, wow, God's created this. ਔਰ ਫਿਰ ਮੈਂ ਜਦੋਂ ਦੇਖਿਆ ਪ੍ਰਭੂ ਦੀ ਨਜ਼ਰੀਆ ਦੇ ਨਾਲ ਕਿ ਕਿਸ ਤਰ੍ਹਾਂ ਪ੍ਰਭੂ ਨੇ ਸਾਰਾ ਕੁਝ ਇਹ ਬਣਾਇਆ ਰਚਿਆ, ਭਾਵੇਂ ਉਹ ਸਾਰਾ ਕੁਝ ਪਹਿਲਾਂ ਉੱਥੇ ਸੀਗਾ, ਪਰ ਹੁਣ ਮੈਂ ਉਹਨੂੰ ਇੱਕ ਨਵੀਂ ਨਜ਼ਰ ਦੇ ਨਾਲ ਦੇਖਦਾ ਸੀ। The whole world seemed so beautiful. ਔਰ ਜੋ ਸਾਰੀ ਦੁਨੀਆ ਜਿਹੜੀ ਸੀਗੀ ਉਹ ਮੈਨੂੰ ਇੱਕ ਨਵੀਂ ਔਰ ਇੱਕ ਬਹੁਤ ਸੋਹਣੀ ਲੱਗੀ। I was saved. I was floating on air. ਔਰ ਮੈਂ ਜਦੋਂ ਪ੍ਰਭੂ ਦੇ ਵਿੱਚ ਬਚਾਇਆ ਗਿਆ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਹਵਾ ਦੇ ਵਿੱਚ ਡਾਰੀਆਂ ਮਾਰਦਾ। But then I faced my first mini storm. ਔਰ ਫਿਰ ਕੀ ਕਿ ਜਿਹੜਾ ਪਹਿਲਾ ਛੋਟਾ ਜਿਹਾ ਮੇਰੇ ਸਾਹਮਣੇ ਜੋ ਤੂਫਾਨ ਆਇਆ, I came back down to earth. ਔਰ ਮੈਂ ਫਿਰ ਜਦੋਂ ਵਾਪਸ ਧਰਤੀ ਉੱਤੇ ਮੇਰੇ ਪੈਰ ਲੱਗ ਗਏ। And the Lord does this because we have to face reality. ਔਰ ਪ੍ਰਭੂ ਹੋਣ ਦਾ ਕਿਉਂਕਿ ਜਿਹੜੀ ਸਾਨੂੰ ਅਸਲੀਅਤ ਆ ਉਹਦਾ ਸਾਨੂੰ ਸਾਹਮਣਾ ਕਰਨਾ ਪੈਣਾ ਆ। A letter came to me telling me that I'd lost my job. ਔਰ ਕੀ ਮੇਰੀ ਚਿੱਠੀ ਆ ਗਈ ਕਿ ਜਿਹੜੀ ਮੇਰੀ ਨੌਕਰੀ ਆ ਉਹ ਚਲੀ ਗਈ ਆ। It was a shock. ਔਰ ਇਹ ਵੀ ਮੈਂ ਹੈਰਾਨ ਹੋ ਗਿਆ। It was devastating at the time. ਔਰ ਉਸ ਸਮੇਂ ਮੈਨੂੰ ਬੜਾ ਹੀ ਔਖਾ ਮਹਿਸੂਸ ਹੋਇਆ। But it was one of the best things that happened to me when I look back at it now.
ਪਰ ਹੁਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਆ ਉਹ ਜਿਹੜਾ ਸਮਾਂ ਸੀਗਾ ਉਹਦੇ ਵਿੱਚ ਮੈਨੂੰ ਜੋ ਕੁਝ ਬਰਕਤਾਂ ਮਿਲੀਆਂ because it took my career in a different direction. ਕਿਉਂਕਿ ਉਹਦੇ ਵਿੱਚੋਂ ਫਿਰ ਜਿਹੜਾ ਮੇਰਾ ਜਿਹੜਾ ਕੰਮਕਾਰ ਸੀਗਾ ਉਹ ਸੋਹਣੇ ਤਰੀਕੇ ਵੱਲ ਮੁੜ ਗਿਆ। But the point is this. ਪਰ ਜਿਹੜੀ ਗੱਲ ਦੇਖਣ ਵਾਲੀ ਇਹ As a ਹੈ newborn baby in Christ, I thought to myself, I don't understand this. ਔਰ ਫਿਰ ਮਤਲਬ ਕਿ ਜਦੋਂ ਮੈਂ ਪ੍ਰਭੂ ਦੇ ਵਿੱਚ ਆਇਆ ਇੱਕ ਛੋਟਾ ਜਿਹਾ ਬੱਚਾ ਹੋ ਕੇ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਉਂ ਇਸ ਤਰ੍ਹਾਂ ਹੋ ਗਿਆ। That, look, I've come to the Lord, now everything is going wrong. ਔਰ ਇੱਕ ਵਿਚਾਰ ਆਇਆ ਕਿ ਮੈਂ ਪ੍ਰਭੂ ਦੇ ਵਿੱਚ ਹੁਣ ਆਇਆ ਔਰ ਸਾਰਾ ਕੁਝ ਮੈਨੂੰ ਲੱਗਦਾ ਕਿ ਗਲਤ ਮਲਤ ਹੋ ਰਿਹਾ This may happen to us. ਔਰ ਹੋ ਸਕਦਾ ਕਿ ਇਹ ਸਾਰਾ ਕੁਝ ਹੋਵੇ ਸਾਡੇ ਸਾਹਮਣੇ। In the parallel passage to this in Mark's Gospel, it says the disciples were struggling and rowing against the wind in the storm. ਔਰ ਜਿਹੜਾ ਇੱਕ ਹੋਰ ਜੇ ਅਸੀਂ ਦੇਖਦੇ ਹਾਂ ਜਿਹੜੀ ਮਾਰਕ ਦੀ ਕਿਤਾਬ ਹੈ ਉੱਥੇ ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਲੱਗਦਾ ਕਿ ਕਿਸ ਤਰ੍ਹਾਂ ਉੱਥੇ ਜ਼ੋਰ ਦੀ ਹਵਾ ਦੇ ਨਾਲ ਉਹਨਾਂ ਨੂੰ ਇੱਧਰ ਉੱਧਰ ਧੱਕੇ ਲੱਗਦੇ ਸੀ। You may feel like this, you may feel, look, I've been obedient to the Lord. ਔਰ ਹੋ ਸਕਦਾ ਤੁਸੀਂ ਇਸ ਵੇਲੇ ਮਹਿਸੂਸ ਕਰਦੇ ਹੋ ਕਿ ਮੈਂ ਤੇ ਪ੍ਰਭੂ ਦੀ ਆਗਿਆਕਾਰੀ ਦੇ ਵਿੱਚ ਸਿਗਾ ਚੱਲ ਰਿਹਾ ਸੀ So why is God allowing this? ਔਰ ਕਿਉਂ ਪ੍ਰਭੂ ਨੇ ਇਹ ਸਾਰਾ ਕੁਝ ਵੀ ਹੋਣ ਦਿੱਤਾ ਆ। But brother, sister, consider this. ਔਰ ਭੈਣੋ ਭਾਈਓ ਇਸ ਗੱਲ ਤੇ ਵਿਚਾਰ ਕਰੋ While the disciples are struggling and straining in the storm, ਕਿ ਜਦੋਂ ਜਿਹੜੇ ਚੇਲੇ ਆ ਉਹ ਤੂਫਾਨ ਦੇ ਵਿੱਚ ਜੋ ਇਹ ਮੁਸ਼ਕਲ ਦਾ ਸਾਹਮਣਾ ਕਰ ਰਹੇ ਆ ਜਿਸ ਤਰ੍ਹਾਂ ਉਹਨੂੰ ਸਹਿ ਰਹੇ ਆ Jesus was praying for them on top of the mountain. ਪਰ ਕੀ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਪਹਾੜ ਉੱਤੇ ਉਹਨਾਂ ਦੇ ਵਾਸਤੇ ਪ੍ਰਾਰਥਨਾ ਕਰ ਰਿਹਾ ਸੀ। He wasn't with them like the first storm in the boat. He was on the mountain. ਹੁਣ ਉਹ ਪਹਿਲਾਂ ਵਾਂਗੂ ਕਿਸ਼ਤੀ ਦੇ ਵਿੱਚ ਆਪ ਉਹਨਾਂ ਦੇ ਨਾਲ ਤਾਂ ਨਹੀਂ ਸੀ ਪਰ ਇਸ ਵੇਲੇ ਪ੍ਰਭੂ ਪਹਾੜ ਦੇ ਉੱਤੇ ਸੀ ਉਹਨਾਂ ਦੇ ਵਾਸਤੇ। But he hadn't forgotten them. He probably could see what was going on and he was interceding for them. ਔਰ ਪਰ ਭਾਵੇਂ ਪ੍ਰਭੂ ਉੱਥੇ ਉਹਨਾਂ ਦੇ ਨਾਲ ਨਹੀਂ ਸੀ ਪਰ ਪ੍ਰਭੂ ਜਾਣਦਾ ਸੀਗਾ ਔਰ ਜ਼ਰੂਰ ਦੇਖਦਾ ਕਿ ਉਹ ਦੇਖਦਾ ਹੋਊਗਾ ਕਿ ਕੀ ਕੁਛ ਹੋ ਰਿਹਾ। He knew about the storm. ਔਰ ਪ੍ਰਭੂ ਨੂੰ ਪਤਾ ਸੀਗਾ ਕਿ ਜੋ ਉਸ ਸਮੇਂ ਜਿਹੜੀ ਝੀਲ ਦੇ ਵਿੱਚ ਇਹ ਤੂਫਾਨ ਸੀ He allowed them to go through it. ਔਰ ਪ੍ਰਭੂ ਨੇ ਹੋਣ ਦਿੱਤਾ ਕਿ ਉਸ ਤੂਫਾਨ ਦੇ ਵਿੱਚ ਦੀ ਉਹ ਲੰਘ ਕੇ ਜਾਣ। But he's praying for them. ਪਰ ਉਹਦੇ ਨਾਲ ਪ੍ਰਭੂ ਉਹਨਾਂ ਦੇ ਵਾਸਤੇ ਪ੍ਰਾਰਥਨਾ ਵੀ ਕਰ ਰਿਹਾ ਸੀ। So don't you sense there's comfort here, there's calmness? ਔਰ ਕੀ ਅਸੀਂ ਦੇਖਦੇ ਕਿ ਇੱਥੇ ਕਈ ਵਾਰੀ ਕਿ ਜਿਹੜਾ ਸ਼ਾਂਤ ਆ ਜਾਂ ਕਈ ਵਾਰੀ ਸਾਰਾ ਕੁਝ ਠੀਕ ਠਾਕ ਆ The disciples are struggling. ਔਰ ਇੱਥੇ ਕਿ ਜਿਹੜੇ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਕੀ ਕੁਛ ਹੋ ਰਿਹਾ But Christ is on top of the mountain. ਪਰ ਪ੍ਰਭੂ ਕਿੱਥੇ ਸੀਗਾ ਕਿ ਪਹਾੜ ਦੇ ਉੱਤੇ And he was calm. ਪਰ ਉੱਥੇ ਸਾਰਾ ਕੁਝ ਸ਼ਾਂਤ ਸੀਗਾ ਪ੍ਰਭੂ ਨੂੰ ਪਤਾ ਸੀਗਾ And he was praying for them. ਔਰ ਪ੍ਰਭੂ ਉਹਨਾਂ ਦੇ ਵਾਸਤੇ ਪ੍ਰਾਰਥਨਾ ਕਰ ਰਿਹਾ ਸੀ। Maybe you feel punch drunk like Job. ਔਰ ਹੋ ਸਕਦਾ ਕਿ ਇਸ ਵੇਲੇ ਤੁਸੀਂ ਮਹਿਸੂਸ ਕਰਦੇ ਹੋ ਜਿਸ ਤਰ੍ਹਾਂ ਜਿਹੜਾ ਅਯੂਬ ਨੇ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਉਹਦੇ ਉੱਤੇ ਇਹ ਜ਼ੋਰ ਆਇਆ। Maybe you're tossed by the waves. If not now, listen, you may be going through an easy time, but sooner or later the storm will come. ਔਰ ਜ਼ਰੂਰ ਇਹ ਹੋਊਗਾ ਕਿ ਹੋ ਸਕਦਾ ਇਸ ਵੇਲੇ ਸਾਰਾ ਕੁਝ ਸ਼ਾਂਤ ਹੋਵੇ ਤੁਸੀਂ ਮਹਿਸੂਸ ਨਾ ਕਰਦੇ ਹੋਵੇ ਕੋਈ ਵੀ ਤੂਫਾਨ ਜਾਂ ਕੋਈ ਜਿਹੜੀ ਜ਼ੋਰ ਦੀ ਜਿਹੜੀ ਪੌਣ ਚੱਲਦੀ ਆ ਪਰ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਹੋਵੇ। But we need to prepare for it. ਪਰ ਉਹਦੇ ਵਾਸਤੇ ਅਸੀਂ ਤਿਆਰ ਹੋਣਾ ਆ। And remember that Jesus, he died. ਔਰ ਇਹ ਯਾਦ ਰੱਖਣਾ ਕਿ ਪ੍ਰਭੂ ਯਿਸੂ ਮਸੀਹ ਮਰ ਗਿਆ He rose again. ਔਰ ਫਿਰ ਪ੍ਰਭੂ ਦੁਬਾਰਾ ਜੀ ਉਠਿਆ He ascended to heaven. ਔਰ ਪ੍ਰਭੂ ਸਵਰਗ ਦੇ ਵਿੱਚ ਉਠਾਇਆ ਗਿਆ। And now the Bible says he makes intercession for his people. ਔਰ ਹੁਣ ਕੀ ਦੇਖਦੇ ਆ ਕਿ ਪ੍ਰਭੂ ਯਿਸੂ ਮਸੀਹ ਇਸ ਵੇਲੇ ਆਪਣੇ ਲੋਕਾਂ ਦੇ ਵਾਸਤੇ ਪ੍ਰਾਰਥਨਾ ਕਰਦਾ ਹੈ। We may be struggling frantically on this earth. ਔਰ ਇੱਥੇ ਹੋ ਸਕਦਾ ਹੈ ਇਸ ਧਰਤੀ ਉੱਤੇ ਅਸੀਂ ਬਹੁਤ ਜਿਹੜੇ ਔਖੇ ਸਮੇਂ ਦੇ ਵਿੱਚ ਲੰਘ ਕੇ ਜਾ ਰਹੇ ਹੋਈਏ But there's great calmness in heaven. ਪਰ ਜੋ ਸ਼ਾਂਤ ਸਾਰਾ ਕੁਝ ਬਿਲਕੁਲ ਠੀਕ ਆ ਸਵਰਗ ਦੇ ਵਿੱਚ। God sees, God knows what he's doing in the storm. ਔਰ ਪ੍ਰਭੂ ਦੇਖਦਾ ਆ ਔਰ ਪ੍ਰਭੂ ਨੂੰ ਪਤਾ ਆ ਕਿ ਕੀ ਉਹਨੇ ਤੂਫਾਨ ਦੇ ਵਿੱਚ ਕਰਨਾ ਆ। Christ knows your suffering. ਔਰ ਇਸ ਵੇਲੇ ਜੋ ਦੁੱਖ ਵੀ ਤੁਸੀਂ ਉਠਾ ਰਹੇ ਆ ਪ੍ਰਭੂ ਉਹਨਾਂ ਨੂੰ ਜਾਣਦਾ ਆ ਦੇਖਦਾ ਆ। And he will work out his good purposes and he is interceding for you. ਔਰ ਜ਼ਰੂਰ ਪ੍ਰਭੂ ਨੇ ਜੋ ਵੀ ਉਹਦੇ ਮਕਸਦ ਆ ਉਹਨੇ ਪੂਰੇ ਕਰਨੇ ਆ ਔਰ ਤੁਹਾਡੇ ਵਾਸਤੇ ਜੋ ਹੈ ਉਹ ਪ੍ਰਭੂ ਪ੍ਰਾਰਥਨਾ ਕਰ ਰਿਹਾ। Jesus told his disciples to go to the other side of the sea. ਔਰ ਪ੍ਰਭੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਝੀਲ ਦੇ ਦੂਸਰੇ ਪਾਸੇ ਲੰਘ ਜਾਓ। He would not abandon them.
in the storm. ਔਰ ਤੂਫਾਨ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਤਿਆਗ ਛੱਡ He ਨਹੀਂ would ਦਿੱਤਾ make sure they get across safely. ਔਰ ਪ੍ਰਭੂ ਨੂੰ ਪਤਾ ਸੀਗਾ ਔਰ ਪ੍ਰਭੂ ਨੂੰ ਚਾਹੁੰਦਾ ਸੀਗਾ ਕਿ ਮੈਂ ਬਿਲਕੁਲ ਉਹਨਾਂ ਨੂੰ ਉਹਨੇ ਸੰਭਾਲ ਕੇ He ਦੂਸਰੇ will ਪਾਸੇ ਲੈ keep ਕੇ ਜਾਵਾਂ them in the storm by interceding for them in ਔਰ heaven. ਪ੍ਰਭੂ ਨੇ ਉਹਨਾਂ ਨੂੰ ਸੰਭਾਲਣਾ ਸੀਗਾ ਜਦੋਂ ਉਹ ਲਹਿਰਾਂ ਦੇ ਵਿੱਚ ਲੰਘਦੇ ਸੀ That's what he's doing in the storm. ਔਰ ਇਹੀ ਕੋਸ਼ਿਸ਼ ਪ੍ਰਭੂ ਇੱਥੇ ਕਰ ਰਿਹਾ Secondly, ਦੂਸਰੀ ਗੱਲ Jesus comforts us in the storm by assuring us of his presence. ਔਰ ਪ੍ਰਭੂ ਫਿਰ ਸਾਨੂੰ ਦੂਸਰੀ ਗੱਲ ਕਿਸ ਤਰ੍ਹਾਂ ਸ਼ਾਂਤ ਕਰਦਾ ਸਾਨੂੰ ਤਸੱਲੀ ਦਿੰਦਾ ਆ ਕਿ ਮੈਂ ਤੈਨੂੰ ਸੰਭਾਲ ਕੇ ਰੱਖਦਾ ਆ Verse 25 tells us, 25 ਚ ਦੇਖਦੇ ਆ now in the fourth watch of the night, Jesus went to them walking on the sea. ਕਿ ਜਿਹੜਾ ਰਾਤ ਦਾ ਚੌਥਾ ਪਹਿਰ ਸੀਗਾ ਉੱਥੇ ਝੀਲ ਦੇ ਉੱਤੇ ਉਹਨਾਂ ਵੱਲ ਪ੍ਰਭੂ ਤੁਰਦਾ ਹੋਇਆ ਆਇਆ It was early morning, ਇਹ ਬਹੁਤ ਸਵੇਰਾ ਸੀਗਾ so it was dark. ਔਰ ਉਦੋਂ ਬਹੁਤਾ ਦਿਖਾਈ ਨਹੀਂ ਸੀ ਦਿੰਦਾ But not only was Jesus praying for them overnight, ਔਰ ਇਹ ਨਹੀਂ ਕਿ ਪ੍ਰਭੂ ਰਾਤ ਨੂੰ ਉਹਨਾਂ ਦੇ ਵਾਸਤੇ ਪ੍ਰਾਰਥਨਾ ਹੀ ਕਰਦਾ ਸੀ but now he also comes from the mountain and he comes to them. ਔਰ ਕੀ ਦੇਖਦੇ ਆ ਕਿ ਪਹਾੜ ਤੋਂ ਫਿਰ ਪ੍ਰਭੂ ਉਹਨਾਂ ਵੱਲ ਤੁਰ ਕੇ ਆ ਰਿਹਾ ਸੀ He didn't come straight away. ਉਹ ਇੱਕਦਮ ਜਲਦੀ ਨਹੀਂ ਆ ਗਿਆ He left them to struggle for a while. ਔਰ ਥੋੜੇ ਸਮੇਂ ਦੇ ਵਾਸਤੇ ਜੋ ਜਿਹੜੇ ਚੇਲੇ ਸੀਗੇ ਉਹ ਤੂਫਾਨ ਦੇ ਵਿੱਚ ਇੱਧਰ ਉੱਧਰ ਸੱਟਾਂ ਖਾ ਰਹੇ ਸੀ Isn't that true of us in the storm, in the crisis? ਔਰ ਕਈ ਵਾਰੀ ਮੁਸ਼ਕਲਾਂ ਦੇ ਵਿੱਚ ਅਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ We may know that Christ is praying for us, and that's reassuring. ਔਰ ਜ਼ਰੂਰ ਸਾਨੂੰ ਇਹ ਪਤਾ ਹੁੰਦਾ ਕਿ ਹਾਂ ਕਿ ਪ੍ਰਭੂ ਸਾਡੇ ਵਿੱਚ ਪ੍ਰਾਰਥਨਾ ਤੇ ਕਰ ਰਿਹਾ But we don't sense his presence in our hearts. ਪਰ ਕਈ ਵਾਰੀ ਸਾਡੇ ਦਿਲ ਦੇ ਵਿੱਚ ਉਹ ਜਿਹੜੀ ਸਾਨੂੰ ਸ਼ਾਂਤਮਈ ਮਹਿਸੂਸ ਕਰਨਾ ਚਾਹਦਾ ਉਹ ਅਸੀਂ ਨਹੀਂ ਕਰਦੇ It's dark. ਔਰ ਉੱਥੇ ਕੀ ਹੁੰਦਾ ਕਿ ਹਨੇਰਾ We ਮਹਿਸੂਸ don't sense he's near to us. ਔਰ ਫਿਰ ਸਾਨੂੰ ਇਦਾਂ ਮਹਿਸੂਸ ਨਹੀਂ ਹੁੰਦਾ ਕਿ ਹਾਂ ਕਿ ਪ੍ਰਭੂ ਬਿਲਕੁਲ ਮੇਰੇ ਨੇੜੇ ਆ He seems far away. ਔਰ ਲੱਗਦਾ ਕਿ ਪ੍ਰਭੂ ਬਹੁਤ ਦੂਰ ਆ But then in verse 26, ਪਰ 26 ਆਇਤ ਦੇ ਵਿੱਚ the disciples saw him ਔਰ ਉੱਥੇ ਚੇਲਿਆਂ ਨੇ ਪ੍ਰਭੂ ਨੂੰ ਦੇਖਿਆ through the minute rays of the moon at night. ਔਰ ਉਹ ਕਿ ਜਦੋਂ ਉਹ ਬਹੁਤ ਥੋੜਾ ਸੀਗੀ ਉੱਥੇ ਰੋਸ਼ਨੀ ਸੀਗੀ ਉਹਨੂੰ ਕੋਈ ਬਹੁਤਾ ਨਹੀਂ ਸੀ ਦੇਖ And he ਸਕਦੇ must have revealed the silhouette of a man coming towards them, walking on the water. ਔਰ ਉਹਨਾਂ ਨੂੰ ਕੁਛ ਥੋੜੀ ਰੋਸ਼ਨੀ ਵਿੱਚ ਮਾੜਾ ਮੋਟਾ ਉਹਨਾਂ ਨੂੰ ਦੇਖਿਆ ਕਿ ਹਾਂ ਕਿ ਲੱਗਦਾ ਕਿ ਜਿਸ ਤਰ੍ਹਾਂ ਕਿ ਇਨਸਾਨ ਉਹਨਾਂ ਵੱਲ ਆ ਰਿਹਾ And they panic and they say it's a ghost and they cried out for fear, it says. ਔਰ ਕਿਉਂਕਿ ਇਹ ਹਨੇਰਾ ਜਿਹਾ ਸੀਗਾ ਔਰ ਉਹਨਾਂ ਨੂੰ ਕੁਛ ਬਾਲਾ ਕਲੀਅਰ ਨਹੀਂ ਦਿਸਿਆ ਉਹ ਕਹਿੰਦੇ ਸ਼ਾਇਦ ਇਹ ਭੂਤਨਾ ਆ They are fearful. ਔਰ ਉਹ ਡਰੇ ਹੋਏ ਡਰ ਗਏ They thought it was something sinister. They thought it was a ghost. ਔਰ ਉਹਨਾਂ ਕੀ ਕਿਹਾ ਕਿ ਇਹ ਭੂਤਨਾ ਸਾਡੇ ਵੱਲ ਆ ਰਿਹਾ By the way, there's no such thing as ghosts. ਔਰ ਇਦਾਂ ਨਹੀਂ ਕਹਿ ਸਕਦੇ ਹਾਂ ਕਿ ਵਿਕਟ ਭੂਤਨੇ ਹੈਗੇ ਆ That is, there are disembodied spirits of dead people roaming around the earth. That's what we understand by a ghost. There's no such thing. ਔਰ ਕਈ ਵਾਰੀ ਜਿੱਦਾਂ ਕਿ ਕਹਿ ਦਿੰਦੇ ਆ ਹਾਂ ਕਿ ਜਿਹੜੇ ਮਰ ਗਏ ਆ ਉਹਨਾਂ ਦੇ ਜਿਹੜੇ ਭੂਤਨੇ ਆ ਉਹ ਹਵਾ ਦੇ ਵਿੱਚ ਜਾਂ ਇੱਧਰ ਉੱਧਰ ਤੁਰੇ ਫਿਰਦੇ ਆ When someone dies, their bodies remain here and their soul goes to heaven to be with the Lord. Or if they're not believers, it goes to hell. ਪਰ ਕੀ ਹੁੰਦਾ ਆ ਕਿ ਜਦੋਂ ਕੋਈ ਮਰ ਜਾਂਦਾ ਆ ਉਹਦਾ ਸਰੀਰ ਤਾਂ ਇੱਥੇ ਧਰਤੀ ਤੇ ਹੁੰਦਾ ਆ ਪਰ ਜੇ ਉਹਨੇ ਸਵਰਗ ਜਾਣਾ ਆ ਉਹ ਪ੍ਰਭੂ ਦੇ ਵਿੱਚ ਹੋ ਕੇ ਸਵਰਗ ਜਾਂਦਾ ਆ ਪਰ ਜਿਹੜਾ ਨਹੀਂ ਵਿਸ਼ਵਾਸ ਕਰਦਾ ਪ੍ਰਭੂ ਯਿਸੂ ਮਸੀਹ ਦੇ ਫਿਰ ਉਹ ਨਰਕ ਜਾਂਦਾ ਆ If you die today, ਅਗਰ ਅੱਜ ਤੁਸੀਂ ਮਰ ਜਾਂਦੇ ਆ do you know where you're going? ਕੀ ਤੁਹਾਨੂੰ ਪਤਾ ਕਿ ਤੁਸੀਂ ਕਿੱਥੇ ਜਾ ਰਹੇ ਆ Do you know the answer to this most important question in life? ਔਰ ਇਹ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਸਵਾਲ ਆ ਕੀ ਤੁਹਾਨੂੰ ਇਸ ਦਾ ਜਵਾਬ ਆਉਂਦਾ ਆ And we're seeing death all around us. Do we know? Do we know where we're going? ਔਰ ਅਸੀਂ ਕੀ ਦੇਖ ਰਹੇ ਹਾਂ ਕਿ ਜਿਹੜੀ ਮੌਤ ਖਾਸ ਕਰਕੇ ਦਿਨਾਂ ਵਿੱਚ ਕਿਸ ਤਰ੍ਹਾਂ ਆਲੇ ਦੁਆਲੇ ਆ ਔਰ ਕੀ ਸਾਨੂੰ ਪਤਾ ਕਿ ਅਸੀਂ ਕਿੱਥੇ ਜਾ ਰਹੇ ਹਾਂ The disciples are in a state of confusion. ਔਰ ਇੱਥੇ ਕੀ ਸੀਗੇ ਜਿਹੜੇ ਚੇਲੇ ਸੀਗੇ ਉਹਨਾਂ ਨੂੰ ਕੋਈ ਸਮਝ ਨਹੀਂ ਸੀ ਆ ਰਿਹਾ They should ਕਿ have ਕੀ ਹੋਇਆ known that it's Christ coming to them. ਔਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਇਹ ਪ੍ਰਭੂ ਯਿਸੂ ਮਸੀਹ ਆ ਜਿਹੜਾ ਉਹਨਾਂ ਵੱਲ ਆ ਰਿਹਾ He told them, I'll meet you on the other side. ਕਿਉਂ? And he will keep his promise, his ਔਰ word. ਔਰ ਪ੍ਰਭੂ ਨੇ ਕਿਹਾ ਸੀਗਾ ਔਰ ਪ੍ਰਭੂ ਵਾਅਦੇ ਆਪਣੇ ਰੱਖਦਾ ਆ ਪੂਰੇ ਕਰਦਾ ਆ ਔਰ ਪ੍ਰਭੂ ਨੂੰ ਕਿਹਾ ਸੀ ਮੈਂ ਤੈਨੂੰ ਦੂਸਰੇ ਪਾਸੇ ਮਿਲਦਾ ਆ He had fed 5,000 people. ਕਿਉਂਕਿ ਪ੍ਰਭੂ ਨੇ 5000 ਜਿਹੜੇ ਲੋਕੀ ਸੀਗੇ ਉਹਨਾਂ ਨੂੰ ਰੋਟੀਆਂ ਮੱਛੀਆਂ ਖਿਲਾਈਆਂ He had previously calmed a storm before. ਔਰ ਪਹਿਲਾਂ ਵੀ ਪ੍ਰਭੂ ਨੇ ਤੂਫਾਨ ਨੂੰ ਸ਼ਾਂਤ ਕੀਤਾ ਸੀ
He had shown them that he's the Son of God. ਔਰ ਪ੍ਰਭੂ ਨੇ ਦਿਖਾ ਦਿੱਤਾ ਸੀਗਾ ਕਿ ਉਹ ਪਰਮੇਸ਼ਰ ਦਾ ਪੁੱਤਰ ਆ And he had authority over nature, over the wind, over the storm. ਔਰ ਪ੍ਰਭੂ ਦੇ ਕੋਲ ਇਖਤਿਆਰ ਆ ਕਿ ਜੋ ਵੀ ਇਹ ਰਚਨਾ ਆ ਜੋ ਵੀ ਦੁਨੀਆ ਵਿੱਚ ਹੈਗੀ ਆ ਤੂਫਾਨ ਜਾਂ ਜੋ ਵੀ ਕੁਝ ਹੋ ਰਿਹਾ I mean, who else could it be coming on the water but Christ? ਔਰ ਕੌਣ ਸੀਗਾ ਕਿ ਜਿਹੜਾ ਪਾਣੀ ਉੱਤੇ ਤੁਰ ਕੇ ਆ ਰਿਹਾ ਸੀਗਾ ਉਹ ਕੌਣ ਸੀਗਾ ਉਹ ਸਿਰਫ ਮਸੀਹ ਹੀ ਹੋ ਸਕਦਾ ਸੀ But they were so struck with fear in the storm ਪਰ ਉਹ ਇਸ ਤੂਫਾਨ ਦੇ ਵਿੱਚ ਇੰਨੇ ਡਰ ਗਏ ਸੀ that they couldn't understand that this is Christ. ਔਰ ਉਹ ਸਮਝ ਨਹੀਂ ਸਕੇ ਕਿ ਸੱਚਮੁੱਚ ਇਹ ਪ੍ਰਭੂ ਯਿਸੂ ਮਸੀਹ ਆ This is what may happen to us in a storm. ਔਰ ਉਹ ਇਹ ਸਾਡੇ ਵਾਸਤੇ ਵੀ ਹੋਵੇ ਕਿ ਅਸੀਂ ਜਦੋਂ ਕਿਸੇ ਤੂਫਾਨ ਦੇ ਵਿੱਚ ਦੀ ਲੰਘ ਰਹੇ ਹਾਂ We panic. ਅਸੀਂ ਵੀ ਘਬਰਾ ਜਾਈਏ But the Lord comes to us. He reassures our hearts by His Holy Spirit who indwells us. ਪਰ ਪ੍ਰਭੂ ਕੀ ਕਰਦਾ ਕਿ ਆਪਣੇ ਆਤਮਾ ਦੁਆਰਾ ਆਉਂਦਾ ਆ ਔਰ ਸਾਨੂੰ ਤਸੱਲੀ ਦਿੰਦਾ ਆ But our minds are so focused on the problems ਪਰ ਕਈ ਵਾਰੀ ਜਿਹੜੇ ਸਾਡੇ ਮਨ ਆ ਦਿਲ ਉਹ ਇੰਨੇ ਲੱਗ ਜਾਂਦੇ ਆ ਮੁਸ਼ਕਲਾਂ ਦੇ ਉੱਤੇ that we're lost in our struggles. ਪਰ ਅਸੀਂ ਜੋ ਜਿੱਥੇ ਸਾਡਾ ਧਿਆਨ ਲੱਗਣਾ ਚਾਹੀਦਾ ਹੁੰਦਾ ਅਸੀਂ ਉਹਨੂੰ ਖੋ ਬੈਠਦੇ ਹਾਂ We don't benefit from Christ's comfort when He reassures our hearts. ਪਰ ਜਦੋਂ ਪ੍ਰਭੂ ਸਾਡੇ ਦਿਲ ਨੂੰ ਤਸੱਲੀ ਦਿੰਦਾ ਆ ਉਦੋਂ ਅਸੀਂ ਉਹ ਤੋਂ ਜੋ ਸਾਨੂੰ ਫਾਇਦਾ ਮਿਲਣਾ ਚਾਹੀਦਾ ਅਸੀਂ ਨਹੀਂ ਉਠਾਉਂਦੇ The Lord may send friends, Christian friends, ਔਰ ਹੋ ਸਕਦਾ ਪ੍ਰਭੂ ਕਈ ਵਾਰੀ ਜਿਹੜੇ ਸਾਡੇ ਉਸ ਸਮੇਂ ਕੋਈ ਜਿਹੜੇ ਮਸੀਹੀ ਲੋਕ ਆ ਸਾਡੇ ਸੱਜਣ ਮਿੱਤਰ ਆ ਉਹਨਾਂ ਨੂੰ to ਭੇਜੇ advise us, to comfort us. ਔਰ ਸਾਨੂੰ ਕੋਈ ਉਹ ਸਲਾਹ ਮਸ਼ਵਰਾ ਦੇਣ ਸਾਨੂੰ ਤਸੱਲੀ ਦੇਣ He may speak to us through His word. ਔਰ ਹੋ ਸਕਦਾ ਪ੍ਰਭੂ ਆਪਣੇ ਵਚਨਾਂ ਦੇ ਥਰੂ ਆਪਣੀ ਸਾਡੇ ਨਾਲ ਗੱਲ ਕਰੇ But to us, because we're so caught up in the storm, we can't see it, we don't feel it, we don't sense it, we don't know the reality of it. ਪਰ ਕੀ ਹੁੰਦਾ ਕਿਉਂਕਿ ਸਾਡਾ ਜਿਹੜਾ ਦਿਲ ਮਾਨਿਆ ਅਸੀਂ ਫਿਕਰਾਂ ਵਿੱਚ ਇੰਨੇ ਲੱਗੇ ਹੁੰਨੇ ਆ ਕਿ ਜੋ ਤੂਫਾਨ ਆ ਉਹਦੇ ਉੱਤੇ ਸਾਡਾ ਸਾਰਾ ਕੁਝ ਧਿਆਨ ਲੱਗਾ ਹੁੰਦਾ ਆ So in verse 26, the second part, 26 ਆਇਤ ਦਾ ਜਿਹੜਾ ਦੂਸਰਾ ਹਿੱਸਾ ਆ it says the disciples, they cry out in fear. ਕਿ ਉਹ ਡਰ ਕੇ ਇੰਨੇ ਉਹ ਚਲਾਏ They don't sense that this is Christ coming to them. ਔਰ ਉਹਨਾਂ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਕੀ ਇਹ ਸੱਚੀ ਮੁੱਚੀ ਪ੍ਰਭੂ ਯਿਸੂ ਮਸੀਹ ਉਹਨਾਂ ਵੱਲ ਆ ਰਿਹਾ And in verse 27, ਔਰ 27 ਆਇਤ ਦੇ it ਵਿੱਚ says this, but immediately Jesus spoke to them, saying, ਔਰ ਇੱਥੇ ਕਿਤੇ ਪ੍ਰਭੂ ਨੇ ਫਿਰ ਉਹਨਾਂ ਨੂੰ ਕਿਹਾ ਬੋਲ ਕੇ ਕਿਹਾ Christ speaks to them. ਪ੍ਰਭੂ ਨੇ ਉਹਨਾਂ ਦੇ ਨਾਲ ਗੱਲ ਕੀਤੀ The storm is still there, ਉੱਥੇ ਭੁਚਾਲ ਤਾਂ ਹਾਲੇ ਤੂਫਾਨ ਤਾਂ ਹਾਲੇ but He ਸੀ speaks these comforting words. ਪਰ ਪ੍ਰਭੂ ਇਹ ਲਫ਼ਜ਼ ਉਹਨਾਂ ਦੇ ਨਾਲ ਸ਼ਾਂਤੀ ਤਸੱਲੀ ਦੇ ਬੋਲਦਾ ਆ Be of good cheer, it is I. ਕਹਿੰਦਾ ਕਿ Do not be afraid. ਪ੍ਰਭੂ ਨੇ ਉਹਨਾਂ ਨੂੰ ਆਖਿਆ ਕਿ ਹੌਸਲਾ ਰੱਖੋ ਨਾ ਡਰੋ ਕਿ ਮੈਂ ਹਾਂ One of the brothers was sharing from Joshua this week. ਔਰ ਇਸ ਹਫਤੇ ਜੋਸ਼ੂਆ ਦੀ ਕਿਤਾਬ ਵਿੱਚੋਂ ਇੱਕ ਭਾਈ ਸਾਡੇ ਨਾਲ ਪ੍ਰਭੂ ਦਾ ਵਚਨ ਵੰਡ ਰਿਹਾ ਸੀ How Moses was dead, Joshua became leader, and he had fears. ਔਰ ਕਿ ਕਿਸ ਤਰ੍ਹਾਂ ਜਦੋਂ ਜਿਹੜੀ ਮੂਸਾ ਦੀ ਮੌਤ ਹੋ ਗਈ ਔਰ ਜੋਸ਼ੂਆ ਜਿਹੜਾ ਸੀਗਾ ਹੁਣ ਇਸ ਵੇਲੇ ਉਹਨੇ ਸਾਰਾ ਕੁਝ ਸੰਭਾਲਣਾ ਸੀ ਉਹ ਡਰਿਆ How ਹੋਇਆ was ਸੀ he going to lead 2 million people to the promised land? This was a big storm for Joshua. ਔਰ Moses ਇਹ is dead. ਔਰ ਜਦੋਂ ਮੂਸਾ ਦੀ ਮੌਤ ਹੋ ਗਈ ਜੋਸ਼ੂਆ ਦੇ ਸਾਹਮਣੇ ਇਹ ਬਹੁਤ ਵੱਡਾ ਤੂਫਾਨ ਸੀਗਾ ਕਿ ਉਹਨੇ ਕਿਸ ਤਰ੍ਹਾਂ 2 ਜਿਹੜੇ ਮਿਲੀਅਨ ਲੋਕ ਆ ਉਹ ਵਾਅਦੇ ਵਾਲੀ ਧਰਤੀ ਉਹਨੇ ਲੈ ਕੇ ਜਾਣੇ ਆ What was God's promise? ਪਰ ਪ੍ਰਭੂ ਦਾ ਵਾਅਦਾ ਕੀ He ਸੀ said to Joshua, just as I was with Moses, so I will be with you, Joshua. ਔਰ ਜਿਹੜਾ ਪਰਮੇਸ਼ਰ ਦਾ ਕੀ ਵਾਅਦਾ ਸੀਗਾ ਜੋਸ਼ੂਆ ਨੂੰ ਕਿ ਜਿਸ ਤਰ੍ਹਾਂ ਮੂਸਾ ਦੇ ਨਾਲ ਮੈਂ ਸੀਗਾ ਇਸੇ ਤਰ੍ਹਾਂ ਮੈਂ ਤੇਰੇ ਨਾਲ ਵੀ He ਹੋਊਂਗਾ said to him, Joshua chapter 1 verse 9, be strong, be courageous, do not be frightened, and do not be dismayed, for the Lord your God is with you wherever you go. ਔਰ ਜੋਸ਼ੂਆ 1:9 ਦੇ ਵਿੱਚ ਕੀ ਦੇਖਦੇ ਆ ਪਰਮੇਸ਼ਰ ਨੇ ਜੋਸ਼ੂਆ ਨੂੰ ਕਿਹਾ ਕਿ ਤੂੰ ਹੌਸਲਾ ਰੱਖ ਤਕੜਾ ਹੋ ਔਰ ਜਿਹੜੇ ਵਾਅਦੇ ਆ ਉਹਨਾਂ ਨੂੰ ਸਾਂਭ ਤੇ ਮੈਂ ਤੇਰੇ ਨਾਲ ਹੋਊਂਗਾ Just as God was with Moses, ਕਿ ਜਿਸ ਤਰ੍ਹਾਂ ਪਰਮੇਸ਼ਰ ਮੂਸਾ ਦੇ ਨਾਲ ਸੀ just as God was with Elijah, just as God was with Elisha, ਔਰ ਜਿਸ ਤਰ੍ਹਾਂ ਪਰਮੇਸ਼ਰ ਇਲਾਇਜਾ ਦੇ ਨਾਲ ਇਲਾਸ਼ਾ ਦੇ ਨਾਲ ਸੀ it's the same God who will be with us. ਔਰ ਉਹੀ ਪਰਮੇਸ਼ਰ ਹੈਗਾ ਆ ਜਿਹੜਾ ਸਾਡੇ ਨਾਲ ਵੀ ਹੋਊਗਾ People may change, but God never changes. ਹੋ ਸਕਦਾ ਜਿਹੜੇ ਲੋਕ ਆ ਉਹ ਬਦਲ ਜਾਣ ਪਰ ਪਰਮੇਸ਼ਰ ਸਾਡਾ ਬਦਲਣ ਵਾਲਾ ਨਹੀਂ ਹੈਗਾ And Christ ਔਰ ਜੋ ਮਸੀਹ ਆ comes to these disciples, be not afraid, Oh. I am with you. ਔਰ ਪ੍ਰਭੂ ਫਿਰ ਆਉਂਦਾ ਆ ਔਰ ਸਾਨੂੰ ਕਹਿੰਦਾ ਕਿ ਹੌਸਲਾ ਰੱਖੋ ਨਾ ਡਰੋ ਕਿਉਂਕਿ ਮੈਂ ਹਾਂ
Are there fears in our lives? ਕੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇਸ ਵੇਲੇ ਡਰ ਆਏ ਹੋਏ ਆ? Are we alarmed in the dark storm? ਔਰ ਇਸ ਵੇਲੇ ਹੁਣ ਅਸੀਂ ਬਹੁਤ ਜਿਹੜੇ ਹਨੇਰੇ ਦੇ ਤੂਫਾਨ ਨੇ ਉਹਨਾਂ ਦੇ Are we ਵਿੱਚ struggling? ਕੀ ਇਸ ਵੇਲੇ ਅਸੀਂ ਬਹੁਤ ਮੁਸ਼ਕਿਲ ਦੇ ਵਿੱਚ ਆ? Then it's these words that reassure us at that moment. They become real to us. ਔਰ ਇਹ ਫਿਰ ਜਿਹੜੇ ਲਫ਼ਜ਼ ਆ ਇਹ ਸਾਡੇ ਵਾਸਤੇ ਆ ਔਰ ਇਹ ਸਾਡੇ ਵਾਸਤੇ ਇੱਕ ਸੱਚੇ ਸਾਬਤ ਹੁੰਦੇ ਆ। Jesus says, be of good cheer. ਔਰ ਪ੍ਰਭੂ ਕੀ ਕਹਿੰਦਾ ਕਿ ਤੁਸੀਂ ਹੌਸਲਾ ਰੱਖੋ, Do not be afraid. ਕਹਿੰਦਾ ਨਾ ਡਰੋ। These are words of great authority. ਔਰ ਇਹ ਜਿਹੜੇ ਲਫ਼ਜ਼ ਆ ਇਹ ਬਹੁਤ ਇਖਤਿਆਰ ਵਾਲੇ ਲਫ਼ਜ਼ ਆ। I am with you. I, the Son of God. ਕਹਿੰਦਾ ਕਿ ਮੈਂ ਤੁਹਾਡੇ ਨਾਲ ਆ, ਮੈਂ ਪਰਮੇਸ਼ਰ ਦਾ ਪੁੱਤਰ ਆ। I who am greater than the storm. ਕਹਿੰਦਾ ਕਿ ਮੈਂ ਜਿਹੜੇ ਤੂਫਾਨਾਂ ਦੇ ਨਾਲੋਂ ਵੱਡਾ ਆ। I am here to give you grace and peace. ਕਹਿੰਦਾ ਕਿ ਮੈਂ ਇੱਥੇ ਆਇਆ ਹਾਂ ਕਿ ਤੁਹਾਨੂੰ ਜੋ ਸ਼ਾਂਤੀ ਤਸੱਲੀ ਦੇਵਾਂ। I can take away your fears. ਔਰ ਜਿਹੜੇ ਕਹਿੰਦਾ ਕਿ ਜਿਹੜੇ ਤੁਹਾਡੇ ਡਰ ਆ ਉਹਨਾਂ ਨੂੰ ਮੈਂ ਦੂਰ ਕਰ ਦੂੰਗਾ। Cry out. ਮੈਨੂੰ ਪੁਕਾਰੋ। And these words will reassure you. Christ reassures us that He's with us. ਔਰ ਫਿਰ ਇੱਥੇ ਲਫ਼ਜ਼ਾਂ ਦੇ ਨਾਲ ਕਿ ਸਾਨੂੰ ਤਸੱਲੀ ਮਿਲਦੀ ਆ ਜਦੋਂ ਪ੍ਰਭੂ ਇਹ ਆਪ ਕਹਿੰਦਾ ਆ। I remember reading about a father who took his son into the forest. ਔਰ ਦੇਖਦਾ ਕਿ ਕਿਸ ਤਰ੍ਹਾਂ ਇੱਕ ਜਿਹੜਾ ਪਿਤਾ ਆਪਣੇ ਪੁੱਤਰ ਨੂੰ ਜੰਗਲ ਦੇ ਵਿੱਚ ਲੈ ਕੇ ਜਾਂਦਾ ਆ। In some cultures they do this. ਔਰ ਉਹਨੇ ਕਿਹਾ ਕਿ ਆਹ ਕੁਝ ਤੂੰ ਕਰਨਾ ਆ। The boys have to go through a test before they enter into manhood. ਔਰ ਕਿ ਇਹ ਜਿਹੜੇ ਆ ਤੂੰ ਕਿ ਜਦੋਂ ਜਵਾਨ ਹੋਣ ਤੋਂ ਪਹਿਲਾਂ ਬੰਦਾ ਬਣਦਾ ਆਹ ਜਿਹੜੇ ਤੇਰੇ ਹੈਗੇ ਇਮਤਿਹਾਨ ਦੇ ਵਿੱਚ ਤੁਸੀਂ ਲੰਘ ਕੇ ਜਾਣਾ ਆ। The boy is blindfolded. ਔਰ ਜਿਹੜਾ ਉਹ ਲੜਕਾ ਆ ਉਹ ਛੋਟਾ ਉਹਦੇ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਦਿੰਦੇ And ਆ। he's required to sit on a stump all night. ਔਰ ਉਹਨੂੰ ਕਿਹਾ ਗਿਆ ਆ ਕਿ ਤੂੰ ਇੱਥੇ ਬੈਠਣਾ ਆ ਸਾਰੀ ਰਾਤ। All on his own. He can't call for help. He can't do anything. He can't take his blindfold off. ਔਰ ਕਿ ਉਹ ਉੱਥੇ ਬੈਠਾ ਰਹੂਗਾ ਸਾਰੀ ਰਾਤ ਕੇ ਤੇ ਉਹ ਆਪਣੀਆਂ ਅੱਖਾਂ ਤੋਂ ਪੱਟੀ ਨਹੀਂ ਲਾ ਸਕਦਾ, ਨਾ ਕਿਸੇ ਨੂੰ ਉਹ ਸੱਦ ਸਕਦਾ। And if he does this all night, then they will treat him as a man in their culture, in their tribe or their society. ਔਰ ਜੇ ਅਗਰ ਉਹ ਇਮਤਿਹਾਨ ਇਹ ਪਾਸ ਕਰ ਲੈਂਦਾ ਆ ਫਿਰ ਉਹ ਮੰਨਣਗੇ ਕਿ ਹਾਂ ਸੱਚਮੁੱਚ ਇਹ ਇੱਕ ਹੁਣ ਇਹ ਬੰਦਿਆਂ ਵਿੱਚ ਸ਼ਾਮਲ ਹੋ ਗਿਆ। The boy is terrified. He hears all sorts of noises in the forest. ਔਰ ਉਹ ਜਿਹੜਾ ਜਵਾਨ ਲੜਕਾ ਆ ਉਹ ਬਹੁਤ ਡਰ ਗਿਆ ਜਦੋਂ ਉਹਨੂੰ ਬਹੁਤ ਜਦੋਂ ਇਧਰੋਂ ਉਧਰੋਂ ਆਵਾਜ਼ਾਂ ਸੁਣਦੀਆਂ ਆ। He thinks there are wild beasts all around me. ਔਰ ਉਹਨੂੰ ਲੱਗਦਾ ਕਿ ਸ਼ਾਇਦ ਉਹਦੇ ਆਲੇ ਦੁਆਲੇ ਜਿਹੜੇ ਜੰਗਲੀ ਜਾਨਵਰ ਆ ਉਹ ਹੈਗੇ ਆ। The wind blows, the trees shake. ਔਰ ਜਿਹੜੀ ਹਵਾ ਚੱਲਦੀ ਆ ਔਰ ਜਿਹੜੇ ਦਰਖਤ ਆ ਉਹਨਾਂ ਦੀ ਜਿਹੜੀ ਆਵਾਜ਼ ਆਉਂਦੀ ਆ। Then finally, after this horrific and terrifying night, the sun appears. ਔਰ ਫਿਰ ਜਦੋਂ ਜਿਹੜੀ ਉਹ ਡਰਾਵਣੀ ਰਾਤ ਤੋਂ ਬਾਅਦ ਜਿਹੜਾ ਸੂਰਜ ਚੜ੍ਹਦਾ ਆ। And he's allowed to remove his blindfold. ਔਰ ਉਹਨੂੰ ਫਿਰ ਕਿਹਾ ਗਿਆ ਕਿ ਹਾਂ ਤੂੰ ਅੱਖਾਂ ਤੋਂ ਹੁਣ ਪੱਟੀ ਲਾ ਸਕਦਾ ਆ। And then he discovers sitting next to him on the tree stump. ਔਰ ਫਿਰ ਉਹਨੂੰ ਕੀ ਪਤਾ ਲੱਗਦਾ ਕਿ ਜਦੋਂ ਉਹ ਜਿੱਥੇ ਉਹ ਬੈਠਾ ਸੀਗਾ ਉਹਦੇ ਨਾਲ ਹੀ Was his father. ਕਿ ਉਹਦਾ ਜਿਹੜਾ ਬਾਪ ਸੀਗਾ। He had been with his son all night, but the son didn't know. ਕਿ ਜਿਹੜਾ ਉਹਦਾ ਬਾਪ ਸੀਗਾ ਉਹ ਉਹਦੇ ਨਾਲ ਹੀ ਬੈਠਾ ਸੀਗਾ ਪਰ ਉਹਦੇ ਲੜਕੇ ਨੂੰ ਜਿਹਦੇ ਪੱਟੀ ਬੰਨੀ ਸੀ ਉਹਨੂੰ ਨਹੀਂ ਸੀ ਪਤਾ He was guarding and protecting him all night. ਔਰ ਸਾਰੀ ਰਾਤ ਉਹਦਾ ਬਾਪ ਉਹਦੇ ਨਾਲ ਬੈਠਾ ਸੀਗਾ ਤਾਂ ਕਿ ਉਹਦੇ ਤੇ ਕੋਈ ਨੁਕਸਾਨ ਨਾ ਹੋਵੇ। We are never alone. ਕਿ ਅਸੀਂ ਕਦੀ ਵੀ ਹਮੇਸ਼ਾ ਇਕੱਲੇ ਨਹੀਂ ਹੁੰਦੇ। We can't see God, ਅਸੀਂ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ but He's sitting as it were right next to us. ਪਰ ਕੀ ਆ ਕਿ ਪਰਮੇਸ਼ਰ ਸਾਡੇ ਨਾਲ ਜਿਹੜਾ ਬਿਲਕੁਲ ਨਾਲ ਬੈਠਾ ਹੁੰਦਾ ਹੈ। Christ by His Spirit indwells us. He reassures us with these words. ਔਰ ਕੀ ਦੇਖਦੇ ਆ ਕਿ ਪ੍ਰਭੂ ਆਪਣੇ ਵਚਨਾਂ ਦੇ ਨਾਲ ਸਾਨੂੰ ਇਹ ਤਸੱਲੀ ਦਿੰਦਾ ਆ That I am with you. It is I. Do not fear. ਕਹਿੰਦਾ ਕਿ ਪ੍ਰਭੂ ਇਹ ਨਾ ਡਰ ਮੈਂ ਤੇਰੇ ਨਾਲ ਆ ਮੈਂ ਹਾਂ। And the disciples must have been so glad that His Jesus is with us. ਔਰ ਜਦੋਂ ਫਿਰ ਉਹਨੂੰ ਪਤਾ ਲੱਗ ਗਿਆ ਹੋਊਗਾ ਔਰ ਉਹਨਾਂ ਨੇ ਫਿਰ ਤਸੱਲੀ ਪਾਈ ਹੋਣੀ ਹੈ ਜ਼ਰੂਰ ਕਿ ਹਾਂ ਕਿ ਪ੍ਰਭੂ ਸਾਡੇ ਕੋਲ ਆ ਗਿਆ। So firstly, in the storm, Christ intercedes. He prays for us. ਔਰ ਪਹਿਲੀ ਗੱਲ ਕਿ ਪ੍ਰਭੂ ਕਿਸ ਤਰ੍ਹਾਂ ਜਿਹੜੀਆਂ ਪ੍ਰਾਰਥਨਾ ਕਰਦਾ ਆਪਣੇ ਚੇਲੇ ਲਈ। In the storm, Christ reassures us of His presence. ਔਰ ਕਿਸ ਤਰ੍ਹਾਂ ਤੂਫਾਨ ਦੇ ਵਿੱਚ ਪ੍ਰਭੂ ਸਾਨੂੰ ਤਸੱਲੀ ਦਿੰਦਾ ਕਿ ਹਾਂ ਮੈਂ ਤੁਹਾਡੇ ਨਾਲ ਆ। And finally, in the storm, Christ calls us to exercise our faith. ਔਰ ਫਿਰ ਤੀਸਰੀ ਗੱਲ ਕੀ ਦੇਖਦੇ ਆ ਕਿ ਪ੍ਰਭੂ ਕਹਿੰਦਾ ਕਿ ਤੁਸੀਂ ਜਿਹੜਾ ਤੁਹਾਡਾ ਵਿਸ਼ਵਾਸ ਆ ਉਹਦਾ ਵੀ ਤੁਸੀਂ ਦੇਖਣਾ ਕਿ ਤੁਸੀਂ ਉਹਨੂੰ ਕੀ ਕਰਦੇ ਆ। When Christ spoke, Peter overcame his fear. ਔਰ ਜਦੋਂ
ਪ੍ਰਭੂ ਨੇ ਪਤਰਸ ਨਾਲ ਗੱਲ ਕੀਤੀ, ਉਹ ਡਰ ਤੋਂ ਉਹ ਨਹੀਂ ਡਰਿਆ, His faith was greatly strengthened. ਔਰ ਜਿਹੜਾ ਉਹਦਾ ਵਿਸ਼ਵਾਸ ਸੀਗਾ ਉਹ ਤਕੜਾ ਹੋਇਆ। He was reassured that God was with him. There's no one greater than God. What's there to fear? ਔਰ ਫਿਰ ਉਹਨੇ ਮਹਿਸੂਸ ਕੀਤਾ, ਉਹਨੂੰ ਪਤਾ ਲੱਗਾ ਕਿ ਹਾਂ ਕਿ ਜੇ ਪ੍ਰਭੂ ਪਰਮੇਸ਼ਰ ਮੇਰੇ ਨਾਲ ਆ ਫਿਰ ਮੇਰੇ ਉੱਤੇ ਕਿਹੜੀ ਚੀਜ਼ ਦਾ ਡਰ ਹੋ ਸਕਦਾ ਹੈ। So in verse 28, Peter takes a bold step. ਔਰ 28 ਚ ਕੀ ਦੇਖਦੇ ਆ ਕਿ ਜਿਹੜਾ ਪਤਰਸ ਆ ਉਹ ਹੌਸਲਾ ਕਰਦਾ ਆ। He asks Jesus to command him to come and walk on the water like Or- Jesus. ਔਰ ਪਤਰਸ ਨੇ ਕਿਹਾ, ਔਰ ਫਿਰ ਪਤਰਸ ਪ੍ਰਭੂ ਦੇ ਕਹਿਣ ਤੇ ਉੱਤਰ ਕੇ ਬੋਟ ਦੇ ਵਿੱਚੋਂ ਤੋਂ ਉਹ ਪਾਣੀ ਤੇ ਚੱਲਣਾ ਸ਼ੁਰੂ ਕੀਤਾ। This is what we are to do in the storm. ਔਰ ਇਹ ਕੋਸ਼ਿਸ਼ ਸਾਨੂੰ ਕਰਨਾ ਚਾਹੀਦਾ ਆ ਜਦੋਂ ਅਸੀਂ ਤੂਫਾਨ ਦੇ ਵਿੱਚ ਲੰਘਦੇ ਆ, Look, the winds are there, the waves are still there. ਕਿ ਉੱਥੇ ਤੂਫਾਨ ਤੇ ਹੈਗਾ ਆ, ਉਹ ਪਾਣੀ ਦੀਆਂ ਲਹਿਰਾਂ ਵੀ ਉੱਥੇ ਉੱਚੀਆਂ ਉੱਚੀਆਂ ਹੈਗੀਆਂ, But like Peter, we need to be courageous. ਪਰ ਪਤਰਸ ਵਾਂਗੂ ਅਸੀਂ ਹੌਸਲਾ ਰੱਖਣਾ ਆ। Know that Christ is interceding for us. ਔਰ ਇਹ ਯਾਦ ਰੱਖਣਾ ਕਿ ਪ੍ਰਭੂ ਸਾਡੇ ਵਾਸਤੇ ਬੇਨਤੀਆਂ ਕਰਦਾ ਆ, Know that He's with us. ਔਰ ਇਹ ਯਾਦ ਰੱਖਣਾ ਕਿ ਪ੍ਰਭੂ ਸਾਡੇ ਨਾਲ But ਆ। now we need to do something more. ਔਰ ਹੁਣ ਕੀ ਹੈ ਕਿ ਅਸੀਂ ਹੋਰ ਕੁਝ ਅੱਗੇ ਵੱਧ ਕੇ ਕਰਨਾ We ਆ, need to get out of the boat. ਕਿ ਸਾਨੂੰ ਜੋ ਕਿਸ਼ਤੀ ਆ ਬੇੜੀ ਆ ਉਹਦੇ ਵਿੱਚੋਂ ਅਸੀਂ We ਬਾਹਰ need to ਨਿਕਲਣਾ। start overcoming the storm. ਔਰ ਕੀ ਸਾਨੂੰ ਲੋੜ ਆ ਕਿ ਅਸੀਂ ਉਹ ਜਿਹੜਾ ਤੂਫਾਨ ਆ ਉਹਦੇ ਉੱਤੇ ਅਸੀਂ ਜਿੱਤ ਪਾਉਣੀ ਸ਼ੁਰੂ ਕਰੀਏ। Not just sit back and do nothing. No, we need to now exercise our faith. ਔਰ ਇਹ ਨਹੀਂ Put it ਕਿ into practice. ਔਰ ਇਹ ਨਹੀਂ ਕਿ ਉੱਥੇ ਤੂਫਾਨ ਦੇ ਵਿੱਚ ਬੈਠੇ ਰਹਿਣਾ ਜਾਂ ਕੁਝ ਕਰਨਾ ਨਹੀਂ, ਪਰ ਨਹੀਂ ਸਾਨੂੰ ਉਹਦੇ ਚੋਂ ਨਿਕਲ ਕੇ ਹੌਸਲਾ ਰੱਖ ਕੇ ਸਾਨੂੰ ਜਿਹੜਾ ਵਿਸ਼ਵਾਸ ਆ ਉਹਦਾ ਕੰਮ ਕਰਨਾ ਆ, We need to go into action. ਕਿ ਜੋ ਹੈ ਕੁਝ ਕਰਨਾ ਵੀ ਹੈਗਾ ਆ। Not just let the storm weaken our faith Or and to any- control our lives. ਔਰ ਇਹ ਨਹੀਂ ਕਿ ਜਿਹੜਾ ਤੂਫਾਨ ਆ ਉਹ ਸਾਨੂੰ ਕਮਜ਼ੋਰ ਕਰ ਦੇਵੇ ਜਾਂ ਸਾਡੀਆਂ ਜ਼ਿੰਦਗੀਆਂ ਉੱਤੇ ਉਹ ਸਾਰਾ ਕੁਝ ਕਬਜ਼ਾ ਕਰ ਲਵੇ, So that we are just dictated by fear and we become disabled and we don't do anything Or- and we begin to sink and drown. ਔਰ ਕਿ ਅਸੀਂ ਜਿਹੜਾ ਹੌਸਲਾ ਹਾਰ ਕੇ ਜਿਹੜਾ ਡਰ ਆ ਸਾਡੇ ਉੱਤੇ ਉਹ ਜ਼ੋਰ ਪਾ ਲਵੇ ਔਰ ਅਸੀਂ ਕਮਜ਼ੋਰ ਹੋ ਜਾਈਏ, ਅਸੀਂ ਕੁਝ ਵੀ ਨਾ ਕਰਨ ਵਾਲੇ ਹੋਈਏ। Peter is convinced that Jesus has authority over nature, that is God. He is God. ਔਰ ਪਤਰਸ ਨੇ ਵਿਸ਼ਵਾਸ ਕੀਤਾ ਕਿ ਪ੍ਰਭੂ ਯਿਸੂ ਮਸੀਹ ਜੋ ਸਾਰੀ ਸ੍ਰਿਸ਼ਟੀ ਉੱਤੇ ਇਖਤਿਆਰ ਰੱਖਣ ਵਾਲਾ ਆ। Do you believe this? ਕੀ ਤੁਸੀਂ ਇਹ ਵਿਸ਼ਵਾਸ ਕਰਦੇ ਆ? Are you convinced that Jesus died for you? ਔਰ ਕੀ ਤੁਸੀਂ ਇਹ ਮੰਨਦੇ ਆ, ਇਸ ਗੱਲ ਤੇ ਇਕਰਾਰ ਕਰਦੇ ਆ ਹਾਂ ਕਿ ਪ੍ਰਭੂ ਯਿਸੂ ਮਸੀਹ ਤੁਹਾਡੇ ਵਾਸਤੇ ਮਰ ਗਿਆ? Have you repented of your sins? ਕਿ ਕੀ ਤੁਸੀਂ ਆਪਣੇ ਪਾਪਾਂ ਤੋਂ ਤੌਬਾ ਕਰ ਲਈ ਆ? Do you believe this even in the most harsh and hard storm? ਕਿ ਇਹ ਕਿ ਜਿਹੜੇ ਬਹੁਤ ਸਾਰੇ ਜਿਹੜੇ ਤੂਫਾਨ ਵੱਡੇ ਵੱਡੇ ਆਉਂਦੇ ਆ ਸਾਡੇ ਸਾਹਮਣੇ, That Christ can strengthen your faith. ਕਿ ਪ੍ਰਭੂ ਯਿਸੂ ਮਸੀਹ ਜੋ ਹੈ ਉਹ ਸਾਡੇ ਵਿਸ਼ਵਾਸ ਨੂੰ ਇਹਨਾਂ ਵਿੱਚ ਵੀ ਤਕੜੇ ਕਰ ਸਕਦਾ ਹੈ। Christ says to Peter in verse 29, he says, come. ਔਰ ਇੱਥੇ ਪ੍ਰਭੂ ਨੇ 29 ਆਇਤ 'ਚ ਪਤਰਸ ਨੂੰ ਕੀ ਕਿਹਾ ਕਿ ਆ ਜਾ। Peter got out the boat and he started walking on the water. ਔਰ ਪਤਰਸ ਨੇ ਕੀ ਕੀਤਾ ਕਿ ਬੇੜੀ ਦੇ ਵਿੱਚੋਂ ਫਿਰ ਪੈਰ ਬਾਹਰ ਰੱਖ ਕੇ ਪਾਣੀ ਉੱਤੇ ਚੱਲਣਾ ਸ਼ੁਰੂ ਕੀਤਾ। He forgot about the storm that was still there and the raging sea. He focused his eyes on Christ. ਔਰ ਉੱਥੇ ਉਹਨੂੰ ਚੇਤਾ ਭੁੱਲ ਗਿਆ ਕਿ ਉੱਥੇ ਤੂਫਾਨ ਵੀ ਸੀਗਾ ਜਾਂ ਪਾਣੀ ਦੀ ਲਹਿਰਾਂ ਵੀ ਸੀਗੀਆਂ। ਉਹ ਪ੍ਰਭੂ ਵੱਲ ਆਪਣੀਆਂ ਅੱਖਾਂ ਲਾ ਕੇ ਉਧਰ ਤੁਰਨਾ ਸ਼ੁਰੂ ਕੀਤਾ। In the storm we are facing, ਜਿਹੜਾ ਤੂਫਾਨ ਆ ਉਹਦੇ ਵਿੱਚ ਅਸੀਂ ਕੀ ਸਾਹਮਣਾ ਕਰ ਰਹੇ ਹਾਂ take your eyes off the storm. ਕਿ ਜਿਹੜੀਆਂ ਤੂਫਾਨ ਦੇ ਉੱਤੋਂ ਅੱਖਾਂ ਲਾ ਕੇ Focus upon Christ. ਅਸੀਂ ਜਿਹੜਾ ਦੇਖਣਾ ਸ਼ੁਰੂ ਕਰਨਾ ਆ ਪ੍ਰਭੂ ਵੱਲ ਦੇਖਣਾ ਸ਼ੁਰੂ ਕਰਨਾ Love him, follow him. ਕਿ ਪ੍ਰਭੂ ਨੂੰ ਪਿਆਰ ਕਰਨਾ ਆ, ਉਹਦੇ ਵਿੱਚ ਚੱਲਣਾ ਆ। Remember, he will never leave you, he'll never forsake you. ਔਰ ਇਹ ਯਾਦ ਰੱਖਣਾ ਕਿ ਪ੍ਰਭੂ ਦਾ ਵਾਅਦਾ ਆ ਕਿ ਉਹ ਕਦੀ ਸਾਨੂੰ ਛੱਡੂਗਾ। Remember, he's there to strengthen you in the storm. ਔਰ ਕਿ ਉਹ ਸਾਨੂੰ ਤੂਫਾਨ ਦੇ ਵਿੱਚ ਤਕੜੇ ਕਰੂਗਾ। If we keep our eyes focused upon Christ in the storm, ਔਰ ਜੇ ਅਸੀਂ ਤੂਫਾਨ ਦੇ ਵਿੱਚ ਪ੍ਰਭੂ ਦੇ ਉੱਤੇ ਅੱਖਾਂ ਲਾਈ ਰੱਖਾਂਗੇ we, like Peter, will begin to walk on the water. ਤੇ ਫਿਰ ਅਸੀਂ ਕਿਸ ਤਰ੍ਹਾਂ ਦੇ ਹੋਵਾਂਗੇ ਕਿ ਜਿਸ ਤਰ੍ਹਾਂ ਪਤਰਸ ਨੇ ਪਾਣੀ ਉੱਤੇ ਸ਼ੁਰੂ ਕੀਤਾ ਸੀ ਚੱਲਣਾ, ਅਸੀਂ ਵੀ ਇਦਾਂ ਕਰਾਂਗੇ। Not literally, ਇਹ ਨਹੀਂ ਕਿ ਸੱਚੀ ਮੁੱਚੀ ਅਸੀਂ ਪਾਣੀ ਤੇ but ਸ਼ੁਰੂ this ਕਰ is an ਰਹੇ illustration metaphorically. ਔਰ ਇਹ ਮਤਲਬ ਕਿ ਜਿਹੜੀ ਤਸਵੀਰ ਸਾਨੂੰ ਮਿਲਦੀ ਆ ਤੂਫਾਨ ਦੇ ਵਿੱਚ, ਮਤਲਬ ਕਿ ਅਸੀਂ ਤੂਫਾਨ ਦੇ ਵਿੱਚ ਵੀ ਅੱਗੇ In other words, ਚੱਲਾਂਗੇ। we'll begin to overcome the storm and not allow it to govern and control our lives so मतलब that कि- we sink in the storm. ਮਤਲਬ ਕਿ ਅਸੀਂ ਫਿਰ ਹੌਸਲੇ ਦੇ ਨਾਲ ਤੂਫਾਨ ਦੇ ਵਿੱਚ ਚੱਲਣਾ ਸ਼ੁਰੂ ਕਰ ਦੇਵਾਂਗੇ, ਨਾ ਕਿ
ਉਹ ਤੂਫਾਨ ਦਾ ਜ਼ੋਰ ਸਾਡੇ ਉੱਤੇ ਪੈ ਜਾਵੇ। Instead, we'll trust Christ's word, his good purpose that is with us, and we'll rise above the storm, and we'll be controlled not by the storm, but by God's word. ਪਰ ਮਤਲਬ ਕਿ ਜੋ ਪ੍ਰਭੂ ਦੇ ਵਚਨਾਂ ਦਾ ਸਾਡੇ ਉੱਤੇ ਅਸਰ ਹੋਊਗਾ, ਸਾਡਾ ਜਿਹੜਾ ਵਿਸ਼ਵਾਸ ਆ ਤਕੜਾ ਹੋਊਗਾ, ਬਜਾਏ ਕਿ ਉਹ ਜਿਹੜਾ ਤੂਫਾਨ ਹੈ ਸਾਡੇ ਤੇ ਜ਼ੋਰ ਪਾਵੇ, ਅਸੀਂ ਤੂਫਾਨ ਤੇ ਜ਼ੋਰ ਪਾ ਕੇ ਅੱਗੇ ਵਧਾਂਗੇ। And like Peter, he went nearer to Christ. He was walking on the water in the storm. ਔਰ ਕਿ ਫਿਰ ਪਤਰਸ ਵਾਂਗੂ ਕਿ ਜਿਸ ਤਰ੍ਹਾਂ ਪਤਰਸ ਨੇ ਪ੍ਰਭੂ ਦੇ ਵੱਲ ਚੱਲਣਾ ਸ਼ੁਰੂ ਕੀਤਾ। That's what God wants to do. In the storm, he wants us to come nearer to Christ. ਔਰ ਇਹੀ ਕੋਸ਼ਿਸ਼ ਚਾਹੁੰਦਾ ਆ ਪਰਮੇਸ਼ਰ ਕਿ ਅਸੀਂ ਤੂਫਾਨ ਦੇ ਵਿੱਚ ਪ੍ਰਭੂ ਦੇ ਨਜ਼ਦੀਕ ਜਾਈਏ। To know him, to grow in him, ਔਰ to love him. ਕਿ ਅਸੀਂ ਹੋਰ ਉਹਨੂੰ ਜਾਣੀਏ, ਉਹਦੇ ਹੋਰ ਅਸੀਂ ਨਜ਼ਦੀਕ ਹੋਈਏ, ਉਹਦੇ ਨਾਲ ਹੋਰ ਅਸੀਂ ਨਜ਼ਦੀਕ ਚੱਲਣਾ ਸ਼ੁਰੂ ਕਰੀਏ। And people will see in the storm that, look, there's a greater power, there's something extra, there's something more. Someone's keeping them in the storm. Surely it's Christ. He's the Son of God. ਔਰ ਫਿਰ ਜ਼ਰੂਰ ਲੋਕੀ ਦੇਖਣਗੇ ਹਾਂ ਕਿ ਜਿਹੜੇ ਪ੍ਰਭੂ ਦੇ ਲੋਕ ਆ ਉਹ ਕਿਸ ਤਰ੍ਹਾਂ ਤੂਫਾਨ ਦੇ ਵਿੱਚ ਹੀ ਸੰਭਾਲੇ ਜਾਂਦੇ ਆ, ਕਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਨੂੰ ਸ਼ਾਂਤੀ ਤਸੱਲੀ ਤੂਫਾਨ ਦੇ ਵਿੱਚ ਬਖਸ਼ੀ ਆ। Instead of allowing the storm to drown us and sink us and discourage us and weaken us, ਬਜਾਏ ਕਿ ਜਿਹੜਾ ਤੂਫਾਨ ਆ ਉਹ ਸਾਨੂੰ ਡੁਬੋ ਦੇਵੇ, ਸਾਨੂੰ ਕਮਜ਼ੋਰ ਕਰ ਦੇਵੇ, ਸਾਨੂੰ ਅੱਗੇ ਨਾ ਜਾਣ ਵਾਲਾ ਦੇਵੇ, use it as a stepping stone to come nearer to Christ. ਪਰ ਸਾਡੇ ਵਾਸਤੇ ਸਗੋਂ ਉਹ ਇੱਕ ਪੌੜੀ ਜਿੱਦਾਂ ਕਿ ਪੌੜਾ ਬਣ ਜਾਵੇ, ਅਸੀਂ ਉੱਤੇ ਪੈਰ ਰੱਖ ਕੇ ਹੋਰ ਪਰਮੇਸ਼ਰ ਦੇ ਨੇੜੇ ਜਾਈਏ। But then something happens. ਔਰ ਫਿਰ ਕੁਛ ਹੁੰਦਾ ਆ In verse 30, 30 ਦੇ ਵਿੱਚ Peter takes his eyes off Jesus. ਔਰ ਇੱਥੇ ਕੀ ਦੇਖਦੇ ਆ ਕਿ ਫਿਰ ਜਿਹੜਾ ਪਤਰਸ ਦੀਆਂ ਅੱਖਾਂ ਪ੍ਰਭੂ ਤੋਂ ਹਟ ਜਾਂਦੀਆਂ, And he begins to look at the winds and the waves. ਪਰ ਉਹ ਅੱਖਾਂ ਉਹ ਦੇਖਣ ਲੱਗ ਪੈਂਦਾ ਕਿ ਜਿਹੜੀ ਫਿਰ ਜਿਹੜਾ ਤੂਫਾਨ ਆ, ਜਿਹੜਾ ਭੁਚਾਲ ਆ ਉੱਥੇ ਆਇਆ ਹੋਇਆ। And he begins to sink again. ਔਰ ਫਿਰ ਕੀ ਕਹਿੰਦਾ ਕਿ ਉਹ ਫਿਰ ਦੁਬਾਰਾ ਪਾਣੀ ਦੇ ਵਿੱਚ ਡੁੱਬਣਾ ਸ਼ੁਰੂ ਹੋ ਜਾਂਦਾ ਹੈ, Fear comes. ਜਿਹੜਾ ਡਰ ਆ ਜਾਂਦਾ। The storm now seems greater than Christ. ਔਰ ਹੁਣ ਇੱਥੇ ਕੀ ਹੋ ਰਿਹਾ ਕਿ ਜਿਹੜਾ ਤੂਫਾਨ ਆ ਉਹਨੂੰ ਫਿਰ ਉਹ ਵੱਡਾ ਲੱਗਣ ਲੱਗ ਪੈਂਦਾ ਆ ਪ੍ਰਭੂ ਯਿਸੂ ਮਸੀਹ ਦੇ ਨਾਲੋਂ, And he becomes discouraged. ਔਰ ਫਿਰ ਉਹ ਹੌਸਲਾ ਹਾਰ ਦਿੰਦਾ ਆ। And he cries out to the Lord to save him. ਔਰ ਇੱਥੇ ਫਿਰ ਉਹਨੇ ਫਿਰ ਪ੍ਰਭੂ ਨੂੰ ਉੱਚੀ ਆਵਾਜ਼ ਦੇ ਕੇ ਕਿਹਾ ਕਿ ਪ੍ਰਭੂ ਬਚਾ। And in verse 31, 31 ਦੇ ਵਿੱਚ Jesus stretched out his hand and caught him and said to him, "Oh, you of little faith, why did you doubt?" ਔਰ ਇੱਥੇ ਫਿਰ 31 ਚ ਪ੍ਰਭੂ ਨੇ ਹੱਥ ਲੰਮਾ ਕਰਕੇ ਉਹਨੂੰ ਫੜ ਲਿਆ ਤੇ ਉਹਨੂੰ ਥੋੜਾ ਝਿੜਕਿਆ ਕਿ ਤੂੰ ਕਿਉਂ ਭਰਮ ਕਰਦਾ, ਕਿਉਂ ਤੂੰ ਬੇਪਰਤੀਤਾ ਹੁੰਨਾ। Our weak faith needs to be rebuked. ਔਰ ਜਿਹੜਾ ਸਾਡਾ ਕਮਜ਼ੋਰ ਵਿਸ਼ਵਾਸ ਹੈ ਉਹਨੂੰ ਥੋੜੀ ਜਿਹੜੀ ਝਲਕਿਆ ਜਾਵੇ। There's no need for it. ਔਰ ਉਹਦੇ ਵਾਸਤੇ ਕੋਈ ਲੋੜ ਨਹੀਂ ਹੁੰਦੀ, Because we have an almighty Savior. ਕਿਉਂਕਿ ਸਾਡੇ ਵਾਸਤੇ ਸਾਡਾ ਜਿਹੜਾ ਪ੍ਰਭੂ ਯਿਸੂ ਮਸੀਹ ਆ ਉਹ ਬਹੁਤ ਵੱਡਾ ਮੁਕਤੀਦਾਤਾ ਆ। But the beautiful thing is this, brother, sister. ਔਰ ਭੈਣੋ ਭਾਈ ਇੱਕ ਬਹੁਤ ਸੋਹਣੀ ਦੇਖਣ ਵਾਲੀ ਗੱਲ ਆ Even when our faith is weakened ਕਿ ਭਾਵੇਂ ਜਦੋਂ ਕਈ ਵਾਰੀ ਸਾਡੇ ਜਿਹੜੇ ਵਿਸ਼ਵਾਸ ਨੇਚਾ ਕਮਜ਼ੋਰ ਵੀ ਹੋ ਜਾਵੇ and we failed Christ, ਔਰ ਕਈ ਵਾਰੀ ਜਦੋਂ ਅਸੀਂ ਮਸੀਹ ਨੂੰ ਡਿੱਗ ਜਾਂਦੇ ਆ ਉਹਦੇ ਵਿੱਚ ਨਹੀਂ ਬਣੇ ਰਹਿੰਦੇ, He doesn't cast us off. ਔਰ ਜਦੋਂ ਫਿਰ ਪ੍ਰਭੂ ਸਾਨੂੰ ਬਿਲਕੁਲ ਨਹੀਂ ਛੱਡ ਦਿੰਦਾ, Instead, He picks us up out of the storm. ਪਰ ਫਿਰ ਵੀ ਪ੍ਰਭੂ ਸਾਨੂੰ ਤੂਫਾਨ ਦੇ ਵਿੱਚੋਂ ਸੰਭਾਲ ਲੈਂਦਾ, ਚੱਕ ਲੈਂਦਾ ਹੈ He keeps us through it. ਔਰ ਉਹਦੇ ਵਿੱਚ ਪ੍ਰਭੂ ਸਾਨੂੰ ਸੰਭਾਲ ਕੇ ਰੱਖਦਾ ਹੈ। And verse 32 and verse 33 ਔਰ ਜਿਹੜੀ 32 ਤੇ 33 ਆਇਤ ਆ tell us that when Jesus and Peter got into the boat, ਔਰ ਕਿ ਜਦੋਂ ਪ੍ਰਭੂ ਉੱਤੇ ਆਇਆ ਬੇੜੀ ਦੇ ਵਿੱਚ ਚੜ ਗਏ, the wind ceased, the disciples worshiped Christ, saying, "Truly, you are the Son of God." ਔਰ ਕੀ ਦੇਖਿਆ ਕਿ ਜਦੋਂ ਉਹਨਾਂ ਨੇ ਦੇਖਿਆ ਸਾਰਾ ਕੁਝ ਸ਼ਾਂਤ ਹੋ ਗਿਆ ਔਰ ਫਿਰ ਉਹਨਾਂ ਨੇ ਪ੍ਰਭੂ ਨੂੰ ਮੱਥਾ ਟੇਕ ਕੇ ਤੇ ਉਹਦੀ ਉਪਾਸਨਾ ਕੀਤੀ ਔਰ ਕਿਹਾ ਕਿ ਸੱਚਮੁੱਚ ਇਹ ਪਰਮੇਸ਼ਰ ਦਾ ਤੂੰ ਪੁੱਤਰ ਆ। Like I said last time, storms will come, they will go, they will stop. ਔਰ ਜਿਸ ਤਰ੍ਹਾਂ ਪਹਿਲਾਂ ਕਹਿ ਚੁੱਕੇ ਆ ਪਹਿਲੀ ਵਾਰੀ ਕਿ ਜਿਹੜੇ ਤੂਫਾਨ ਆ ਉਹ ਆਉਣਗੇ, ਸ਼ਾਂਤ ਹੋਣਗੇ, ਚਲੇ ਜਾਣਗੇ, But through them, God wants us to know ਪਰ ਉਹਨਾਂ ਦੇ ਵਿੱਚ ਸਾਨੂੰ ਪ੍ਰਭੂ ਦੱਸਣਾ ਚਾਹੁੰਦਾ ਆ what Jesus is doing through the storm. ਕਿ ਪ੍ਰਭੂ ਯਿਸੂ ਮਸੀਹ ਜੋ ਤੂਫਾਨ ਆ ਉਹਨਾਂ ਦੇ ਵਿੱਚ ਕੀ ਕਰਦਾ ਆ। He intercedes for us. ਔਰ ਪ੍ਰਭੂ ਸਾਡੇ ਵਾਸਤੇ ਦਰਖਾਸਤਾਂ ਕਰਦਾ ਆ। He comforts us. He reassures us. He's with us. ਔਰ ਪ੍ਰਭੂ ਸਾਨੂੰ ਸੰਭਾਲਦਾ, ਸਾਨੂੰ ਤਸੱਲੀ ਦਿੰਦਾ, ਸਾਡੇ ਨਾਲ ਆ।
And finally, the third thing, Christ calls us to exercise our faith and overcome the storm by keeping our eyes fixed on Jesus. ਔਰ ਤੀਸਰੀ ਗੱਲ ਕਿ ਜਦੋਂ ਪ੍ਰਭੂ ਚਾਹੁੰਦਾ ਹੈ ਕਿ ਜਿਹੜਾ ਸਾਡਾ ਵਿਸ਼ਵਾਸ ਹੈ ਨਿਚਾ ਆ ਉਹਦੇ ਵਿੱਚ ਅਸੀਂ ਤਕੜੇ ਤੇ ਮਜ਼ਬੂਤ ਹੋਈਏ So others can see as we go through the storm. ਤਾਂ ਕਿ ਜਿਹੜੇ ਹੋਰ ਲੋਕ ਆ ਉਹ ਦੇਖ ਸਕਣਗੇ ਜਦੋਂ ਅਸੀਂ ਤੂਫਾਨ ਜਾਂ ਸਮੁੰਦਰ ਵਿੱਚ ਦੀ ਲੰਘ ਕੇ ਜਾਂਦੇ ਆ That truly Jesus is the Son of God. ਕਿ ਸੱਚਮੁੱਚ ਉਹ ਦੇਖ ਲੈਣ ਕਿ ਜੋ ਪ੍ਰਭੂ ਯਿਸੂ ਮਸੀਹ ਆ ਉਹ ਪਰਮੇਸ਼ਰ ਦਾ ਪੁੱਤਰ ਆ Amen. ਆਮੀਨ Let's close the meeting with our final hymn, which will come up on the screen. After that, we will have our final prayer. ਔਰ ਹੁਣ ਅਸੀਂ ਜਿਹੜਾ ਅਖੀਰਲਾ ਗੀਤ ਗਾ ਕੇ ਜੋ ਸਕਰੀਨ ਤੇ ਆਊਗਾ ਸਾਰੇ ਰਲ ਕੇ ਗਾਵਾਂਗੇ ਉਸ ਤੋਂ ਬਾਅਦ ਫਿਰ ਪ੍ਰਾਰਥਨਾ ਕਰਕੇ ਮੀਟਿੰਗ ਬੰਦ ਕਰਾਂਗੇ रब साडा जोर है पिनारे साड़ी है पनाह दे मदद ओ सत्या विच जेड़ा साडा है खुदा रब साडा जोर है कुछ डर नहीं बावे जमी जावे उलट सारे पर्वत रुड़ के भावे सारे पर्वत रुड़ के भावे विच समुंदर पैन जा रब साडा जोर है भावे जे कर आवे नाले पानी करण शो खौफ ना करिए पहाड़ा खौफ ना करिए पहाड़ा दावे छड़ जान जा रब साड़ा जोर है शहर नु खुश कर दिया पाक रब दे मस्कनानु पाक रब दे मस्कनानु जिस दा मालिक है खुदा रब साड़ा जोर है जो यहोवा लश्करादा सारे नाल है जो खुदा याकूब दा है जो खुदा याकूब दा है सोई सारी है पनाह रब साड़ा जोर है ते नाले साड़ी है विच केड़ा साड़ा है खुदा रब साड़ा जोर है Let's close the meeting in prayer. ਆਓ ਅਸੀਂ ਪ੍ਰਾਰਥਨਾ ਕਰਕੇ ਮੀਟਿੰਗ ਬੰਦ ਕਰੀਏ Almighty, all powerful God and Father in heaven. ਸੱਚਮੁੱਚ ਸਵਰਗੀ ਪਿਤਾ ਜੋ ਮਹਾਨ ਔਰ ਸ਼ਕਤੀਮਾਨ ਸਵਰਗ ਦੇ ਵਿੱਚ We live in a world where there are physical storms. ਔਰ ਭਾਜੀ ਸੱਚਮੁੱਚ ਅਸੀਂ ਇਸ ਦੁਨੀਆ 'ਚ ਰਹਿ ਰਹੇ ਹਾਂ ਜਿੱਥੇ ਜੋ ਸੱਚੀ ਮੁੱਚੀ ਤੂਫਾਨ ਆਉਂਦੇ ਆ That destroy people's lives, people's homes, people's property. ਕਿ ਜੋ ਤੂਫਾਨ ਜਦੋਂ ਆਉਂਦੇ ਆ ਕਿਸ ਤਰ੍ਹਾਂ ਜ਼ਿੰਦਗੀਆਂ ਤੇ ਅਸਰ ਹੁੰਦਾ ਆ ਜਿਹੜੀਆਂ ਘਰ ਕੇ ਵੀ ਤਬਾਹ ਹੋ ਜਾਂਦੇ ਆ ਹੋਰ ਬਹੁਤ ਨੁਕਸਾਨ ਹੁੰਦੇ ਆ That cause death and devastation. ਕਿ ਉਹਦੇ ਦੁਆਰਾ ਮੌਤਾਂ ਜਾਂ ਬਹੁਤ ਸਾਰੇ ਨੁਕਸਾਨ ਦੇਖਣ ਨੂੰ ਮਿਲਦੇ ਆ But Lord, we also as believers face spiritual storms.
ਪਰ ਪ੍ਰਭੂ ਜੀ ਅਸੀਂ ਤੁਹਾਡੇ ਲੋਕ ਹੁੰਦੇ ਜੋ ਆਤਮਿਕ ਤੌਰ ਤੇ ਵੀ ਕਈ ਵਾਰੀ ਸਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ that ਪੈਂਦਾ ਹੈ may affect us. ਔਰ ਉਹ ਕਿ ਕਿਸ ਤਰ੍ਹਾਂ ਸਾਨੂੰ ਉਹ ਥੱਲੇ ਲਿਆਉਂਦੇ ਆ But Lord, we thank you for what we've learned. ਪਰ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਜੋ ਕੁਝ ਅਸੀਂ ਸਿੱਖਦੇ ਹਾਂ That in the first storm, that Jesus, although we may sometimes think he's not there, he is there in the boat with us. ਔਰ ਪ੍ਰਭੂ ਜੀ ਅਸੀਂ ਜਿਸ ਤਰ੍ਹਾਂ ਪਹਿਲਾਂ ਦੇਖਿਆ ਸੀਗਾ ਕਿ ਅਗਰ ਅਸੀਂ ਮਹਿਸੂਸ ਕਰਦੇ ਨਹੀਂ ਕਿ ਪ੍ਰਭੂ ਸਾਡੇ ਨਾਲ ਹੈਗਾ ਆ ਜਾਂ ਕਿਸ਼ਤੀ ਵਿੱਚ ਨਹੀਂ And now we've learned that he is interceding for us. ਔਰ ਹੁਣ ਅਸੀਂ ਦੇਖਿਆ ਕਿ ਪ੍ਰਭੂ ਸਾਡੇ ਵਾਸਤੇ ਜਦੋਂ ਨਹੀਂ ਨਾਲ ਹੁੰਦਾ ਪ੍ਰਾਰਥਨਾ ਕਰਦਾ He ਆ comforts us in the storm. ਤੇ ਤੂਫਾਨ ਦੇ ਵਿੱਚ ਸਾਨੂੰ ਸ਼ਾਂਤੀ ਤਸੱਲੀ ਦਿੰਦਾ ਆ And also he calls us to rise above the storm. ਔਰ ਇਹ ਵੀ ਪ੍ਰਭੂ ਸਾਨੂੰ ਕਹਿੰਦਾ ਕਿ ਅਸੀਂ ਤੂਫਾਨਾਂ ਦੇ ਨਾਲੋਂ ਉੱਚੇ ਜਿਹੜੇ ਅੱਗੇ ਵਧਣ ਵਾਲੇ ਹੋਈਏ Teach us, oh God, to trust in him. ਔਰ ਸੱਚਮੁੱਚ ਤੁਸੀਂ ਪਿਤਾ ਜੀ ਸਾਨੂੰ ਸਿਖਾਓ ਕਿ ਅਸੀਂ ਪ੍ਰਭੂ ਦੇ ਵਿੱਚ ਭਰੋਸਾ ਰੱਖਣ ਵਾਲੇ ਹੋਈਏ Through whatever storm we may face, ਕਿ ਭਾਵੇਂ ਕੋਈ ਵੀ ਤੂਫਾਨ ਜਿਹੜਾ ਉਹਨਾਂ ਦਾ ਅਸੀਂ ਸਾਹਮਣਾ ਕਰਦੇ that ਹੋਈਏ people would know that he is the Son of God, ਔਰ ਲੋਕ ਦੇਖਣ ਔਰ ਜਾਣਨ ਕਿ ਸੱਚਮੁੱਚ ਪ੍ਰਭੂ ਯਿਸੂ ਮਸੀਹ ਹੈ ਜੋ ਪਰਮੇਸ਼ਰ ਦਾ ਪੁੱਤਰ ਹੈ who's with his people ਕਿ in the ਜਿਹੜਾ storm. ਜਿਹੜਾ ਆਪਣੇ ਲੋਕਾਂ ਦੇ ਨਾਲ ਹੈ ਜਦੋਂ ਉਹ ਤੂਫਾਨ ਦੇ ਵਿੱਚ ਲੰਘਦੇ ਆ Amen. ਆਮੀਨ Thank you for listening to this message. For further information, visit www.emmanuelhansworth.org.uk.